प्यारे दर्शकों, ਅੱਜ ਅਸੀਂ ਜਾਣਾਂਗੇ ਸਾਹਿਤ ਰੂਪ ਕਿੱਸਾ ਬਾਰੇ ਤੇ ਕਿੱਸਾ ਬਾਰੇ ਜਾਣਕਾਰੀ ਦੇਣਗੇ ਪ੍ਰੋਫੈਸਰ ਸਤਨਾਮ ਸਿੰਘ ਸੰਧੂ। ਸਰ, ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਗਿੰਦਰ ਸਿੰਘ। ਸਰ, ਜਿਸ ਤਰ੍ਹਾਂ ਅਸੀਂ ਸਾਹਿਤ ਦੇ ਵਿੱਚ ਦੇਖਦੇ ਹਾਂ, ਮੱਧ ਕਾਲ ਤੋਂ ਜੇ ਆਪਾਂ ਨਜ਼ਰ ਮਾਰੀਏ ਤਾਂ ਕਿੱਸਾ ਸਾਨੂੰ ਪ੍ਰਾਪਤ ਹੁੰਦਾ ਹੈ ਤੇ ਕਿੱਸਾ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਬਹੁਤ ਸਾਰੀਆਂ ਸਾਨੂੰ ਪੁਸਤਕਾਂ ਚੋਂ ਵੀ ਮਿਲ ਜਾਂਦੀ ਹੈ ਜੀ। ਤੇ ਕਿੱਸਾ ਦੇ ਬਾਰੇ ਤੁਹਾਡਾ ਕੀ ਦ੍ਰਿਸ਼ਟੀਕੋਣ ਆ ਜਾਂ ਸਾਨੂੰ ਇਸ ਦੀ ਤੁਸੀਂ ਜਾਣਕਾਰੀ ਦਿਓ। ਡਾਕਟਰ ਗਿੰਦਰ ਸਿੰਘ, ਬੁਨਿਆਦੀ ਤੌਰ ਤੇ ਮੱਧਕਾਲੀ ਬਿਰਤਾਂਤ ਜਾਂ ਕਥਾ ਕਹਿਣ ਦੇ ਢੰਗ ਨੂੰ ਅਸੀਂ ਕਿੱਸਾ ਆਖ ਦਿੰਦੇ ਹਾਂ ਜੀ। ਕਿੱਸੇ ਦੀ ਉਤਪਤੀ ਕਿਵੇਂ ਹੋਈ, ਸ਼ਬਦ ਕਿੱਥੋਂ ਆਇਆ, ਇਹਦੇ ਬਾਰੇ ਇੱਕ ਤੋਂ ਵੱਧ ਕਿਸਮ ਦੀਆਂ ਰਾਵਾਂ। ਕੁਝ ਇਹ ਮੰਨਿਆ ਜਾਂਦਾ ਕਿ ਇਹ ਕਸ ਧਾਤੂ ਤੋਂ ਪ੍ਰਚਲਿਤ ਹੋਇਆ, ਕੁਝ ਇਹ ਵੀ ਕਿਹਾ ਜਾਂਦਾ ਕਿ ਇਹ ਮਸਨਵੀ ਦਾ ਵਿਕਸਿਤ ਰੂਪ ਹੈ। ਪਰ ਜੇ ਸਮੁੱਚੇ ਤੌਰ ਤੇ ਅਸੀਂ ਗੱਲ ਕਰੀਏ, ਜਿਹੜਾ ਕਿੱਸਾ ਹੈ ਇਹ ਕਿਸੇ ਕਥਾ ਜਾਂ ਕਹਾਣੀ ਨੂੰ ਬੈਂਤ ਛੰਦ ਦੇ ਵਿੱਚ ਬਿਆਨ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਅਸੀਂ ਕਿੱਸਾ ਆਖਦੇ ਹਾਂ। ਜਿਹੜੇ ਸਾਡੇ ਕਿੱਸੇ ਹੈ ਇਹ ਮੂਲ ਰੂਪ ਦੇ ਵਿੱਚ ਮੱਧਕਾਲ ਦਾ ਸਭ ਤੋਂ ਮਕਬੂਲ ਰੂਪ ਮੰਨਿਆ ਜਾਂਦਾ ਹੈ, ਕਿਉਂਕਿ ਉਸ ਸਮੇਂ ਕਿੱਸਿਆਂ ਨੂੰ ਗਾਉਣ ਦਾ ਰਿਵਾਜ ਸੀ। ਸੀਨਾ ਬਸੀਨਾ ਲੋਕ ਜਵਾਨੀ ਯਾਦ ਕਰਦੇ ਸੀ ਤੇ ਉੱਥੇ ਜਿਵੇਂ ਇੱਕ ਤਰੀਕੇ ਨਾਲ ਰਾਤ ਨੂੰ ਬਾਤ ਸੁਣਾਉਣ ਦੀ ਗੱਲ ਕੀਤੀ ਜਾਂਦੀ ਸੀ ਤੇ ਜਦੋਂ ਕਿਤੇ ਸਮਾਜਿਕ ਇਕੱਠ ਹੁੰਦਾ ਸੀ ਤਾਂ ਉੱਥੇ ਕਿੱਸੇ ਗਾਏ ਜਾਂਦੇ ਸੀ। ਇਸੇ ਕਰਕੇ ਪੰਜਾਬ ਦੇ ਵਿੱਚ ਜਿਹੜੇ ਬਹੁਤ ਸਾਰੇ ਤਕਰੀਬਨ ਜੀਵਨ ਦੇ ਸਾਰੇ ਪੱਖਾਂ ਨੂੰ ਬਿਆਨ ਕਰਨ ਲਈ ਸਾਡੇ ਕੋਲੇ ਕਿੱਸੇ ਪ੍ਰਾਪਤ ਹੁੰਦੇ ਆ। ਜਿਹੜਾ ਪੰਜਾਬੀ ਦਾ ਕਿੱਸਾ ਵਿਧਾਨ ਹੈ ਇਹਨੂੰ ਜਦੋਂ ਅਸੀਂ ਮੋਟੇ ਤੌਰ ਤੇ ਸਮਝਦੇ ਹਾਂ ਤਾਂ ਇਸ ਨੂੰ ਅਸੀਂ ਤਿੰਨ ਹਿੱਸਿਆਂ ਵਿੱਚ ਵੰਡ ਲੈਂਦੇ ਹਾਂ। ਜਿਹੜੇ ਤਿੰਨ ਹਿੱਸਿਆਂ 'ਚ ਇਸ ਨੂੰ ਕਈ ਵਾਰੀ ਅਸੀਂ ਸਮਝਣ ਵਾਸਤੇ ਕਿੱਸਿਆਂ ਦਾ ਵਰਗੀਕਰਨ ਵੀ ਕਹਿ ਦਿੰਦੇ ਹਾਂ, ਕਿਉਂਕਿ ਜਦੋਂ ਮੋਟੇ ਤੌਰ ਤੇ ਕਿਸੇ ਇੱਕ ਖਾਸ ਪੀੜ ਦੇ ਬਿਰਤਾਂਤ ਨੂੰ ਸਮਝਣਾ ਹੋਵੇ ਤਾਂ ਉਹਦੇ ਵਿੱਚ ਅਸੀਂ ਦੇਖ ਲੈਂਦੇ ਹਾਂ ਕਿ ਕਿੰਨੇ ਕਿਸਮ ਦੇ ਵਿਸ਼ੇ ਆ ਜਿਹੜੇ ਉਹ ਨਿਭਾਏ ਗਏ ਆ। ਕਿੱਸੇ ਦੇ ਵਿੱਚ ਮੂਲ ਤੌਰ ਤੇ ਤਿੰਨ ਕਿਸਮ ਦੇ ਵਿਸ਼ੇ ਆ ਜਿਹੜੇ ਉਹ ਲਏ ਜਾਂਦੇ ਆ। ਇੱਕ ਪ੍ਰੀਤ ਨਾਲ ਸੰਬੰਧਿਤ ਕਿੱਸੇ, ਦੂਸਰੇ ਭਗਤੀ ਨਾਲ ਸੰਬੰਧਿਤ ਕਿੱਸੇ ਤੇ ਤੀਸਰੇ ਯੋਧਿਆਂ ਨਾਲ ਸੰਬੰਧਿਤ ਕਿੱਸਿਆਂ ਨੂੰ ਲਿਆ ਜਾਂਦਾ ਹੈ। ਕਈ ਵਾਰੀ ਲੋਕ ਸਾਹਿਤ ਦੇ ਵਿੱਚੋਂ ਇਹ ਵੀ ਮੰਨਿਆ ਜਾਂਦਾ ਹੈ ਕਿ ਮਨੁੱਖ ਦੀਆਂ ਭਾਵਨਾਵਾਂ ਨਾਲ ਸੰਬੰਧਿਤ ਜਿਵੇਂ 9 ਰਸ ਅਸੀਂ ਭਾਰਤੀ ਕਾਵਿ ਸ਼ਾਸਤਰ ਵਿੱਚ ਮੰਨਦੇ ਹਾਂ, ਉਵੇਂ ਜਿਵੇਂ ਬੁਨਿਆਦੀ ਤੌਰ ਤੇ ਮਨੁੱਖ ਦੀਆਂ ਅੰਤਰੀਵ ਭਾਵਨਾਵਾਂ ਨੂੰ ਪੇਸ਼ ਕਰਨ ਲਈ ਹਰ ਭਾਸ਼ਾ ਵਿੱਚ, ਹਰ ਭਾਸ਼ਾ ਦੇ ਇਤਿਹਾਸ ਵਿੱਚ ਇਸ ਕਿਸਮ ਦੀਆਂ ਕਥਾ ਜਾਂ ਕਹਾਣੀਆਂ ਪ੍ਰਚਲਿਤ ਹੁੰਦੀਆਂ ਜਿਹੜੀਆਂ ਕਿਸੇ ਵੀ ਮਨੁੱਖ ਦੇ ਸਮਾਜਿਕ ਵਿਹਾਰ ਨੂੰ, ਉਹਦੀ ਪ੍ਰੀਤ ਨੂੰ, ਉਹਦੀ ਭਗਤੀ ਨੂੰ ਜਾਂ ਉੱਥੋਂ ਦੇ ਯੋਧਿਆਂ ਨੂੰ ਕਿਸੇ ਦੇ ਰੂਪ ਵਿੱਚ ਪੇਸ਼ ਕਰਦੀਆਂ ਰਹੀਆਂ। ਅੰਗਰੇਜ਼ੀ ਦੇ ਵਿੱਚ ਇਸ ਵਿਧਾ ਨੂੰ ਰੋਮਾਂਸ ਦੇ ਨਾਲ ਵੀ ਜੋੜ ਕੇ ਲਿਖਿਆ ਜਾਂਦਾ ਰਿਹਾ ਤੇ ਉੱਥੇ ਵੀ ਥੋੜੇ ਜਿਹੇ ਵੱਖਰੇ ਰੂਪ ਵਿੱਚ ਨਾਂ, ਥਾਂ, ਘਟਨਾਵਾਂ, ਭੂਗੋਲਿਕ ਸਥਿਤੀ, ਉਹਦਾ ਚਿਤਰਨ ਉਹ ਭਾਸ਼ਾ ਦੇ ਮੁਹਾਵਰੇ ਅਨੁਸਾਰ ਬਦਲਦਾ ਰਹਿੰਦਾ ਹੈ। ਵੈਸੇ ਜੇ ਮੋਟੇ ਤੌਰ ਤੇ ਦੇਖਿਆ ਜਾਵੇ, ਕਿਸੇ ਵੀ ਵਿਸ਼ਵ ਦੀ ਭਾਸ਼ਾ ਦੇ ਇਤਿਹਾਸ ਨੂੰ ਅਸੀਂ ਦੇਖ ਲਈਏ, ਉਹਦੇ ਵਿੱਚ ਕਿਸੇ ਦੇ ਨਾਲ ਮਿਲਦੇ ਜੁਲਦੇ ਬਿਰਤਾਂਤ ਕਹਿਣ ਦੀ ਪਰੰਪਰਾ ਜਿਹੜੀ ਉਹ ਸ਼ੁਰੂ ਤੋਂ ਰਹੀ ਹੈ, ਕਿਉਂਕਿ ਜਿਹੜਾ ਮਨੁੱਖ ਦਾ ਸੁਭਾਅ ਹੈ ਉਹ ਕਹਾਣੀ ਕਹਿਣ ਦੇ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਹੈ। ਉਹ ਆਪਣੇ ਬਾਰੇ, ਆਪਣੇ ਆਲੇ ਦੁਆਲੇ ਬਾਰੇ, ਆਪਣੇ ਤੋਂ ਪਹਿਲੇ ਹੋਏ ਲੋਕਾਂ ਬਾਰੇ, ਆਪਣੇ ਇਤਿਹਾਸ, ਪਰੰਪਰਾ, ਮਿਥਿਹਾਸ ਬਾਰੇ, ਧਰਮ ਬਾਰੇ ਲਗਾਤਾਰ ਕਹਾਣੀਆਂ ਜਾਂ ਕਥਾਵਾਂ ਕਹਿੰਦਾ ਆ ਰਿਹਾ ਤੇ ਇਸੇ ਕਹਾਣੀਆਂ ਜਾਂ ਕਥਾਵਾਂ ਨੂੰ ਜਦੋਂ ਅਸੀਂ ਪੰਜਾਬੀ ਦੇ ਵਿੱਚ ਦੇਖਦੇ ਹਾਂ ਤਾਂ ਉਹ ਆਪ ਦੀ ਸਮਝ ਬਣਾਉਣ ਲਈ ਅਸੀਂ ਤਿੰਨ ਹਿੱਸਿਆਂ ਵਿੱਚ ਵੰਡ ਲੈਂਦੇ ਹਾਂ। ਜਿਹੜੇ ਪ੍ਰੀਤ ਨਾਲ ਸੰਬੰਧਿਤ ਕਿੱਸੇ ਹੈ ਉਹਦੇ ਵਿੱਚ ਅਸੀਂ ਸਭ ਤੋਂ ਮਕਬੂਲ ਕਿੱਸਾ ਜਿਹੜਾ ਪੰਜਾਬੀ ਦੇ ਵਿੱਚ ਮੰਨਿਆ ਜਾਂਦਾ ਹੈ ਜਿਹੜਾ ਹੀਰ ਰਾਂਝੇ ਦਾ ਕਿੱਸਾ। ਉਸ ਤੋਂ ਬਾਅਦ ਮਿਰਜ਼ਾ ਸਾਹਿਬਾਂ, ਯੂਸਫ ਜ਼ੁਲੈਖਾਂ, ਲੈਲਾ ਮਜਨੂ, ਸ਼ੀਰੀ ਫਰਿਆਦ, ਸੋਹਣੀ ਮਹੀਵਾਲ, ਇਹ ਬਹੁਤ ਸਾਰੇ ਕਿੱਸੇ ਹੋਏ ਆ ਜਿਨ੍ਹਾਂ ਦੇ ਵਿੱਚ ਪ੍ਰੀਤ ਦੀਆਂ ਕਹਾਣੀਆਂ ਨੂੰ ਬਿਆਨ ਕੀਤਾ ਗਿਆ ਤੇ ਇਲਾਕੇ ਦੇ ਹਿਸਾਬ ਨਾਲ ਇਹਨਾਂ ਦੇ ਪਾਤਰ, ਥਾਂ, ਨਾਂ ਤੇ ਘਟਨਾਵਾਂ ਉਹ ਬਦਲਦੀਆਂ ਰਹੀਆਂ। ਦੂਸਰੇ ਪ੍ਰਕਾਰ ਦੇ ਕਿੱਸੇ ਆ ਜਿਹੜੇ ਉਹ ਅਸੀਂ ਭਗਤਾਂ ਨਾਲ ਸੰਬੰਧਿਤ ਲੈ ਲੈਂਦੇ ਹਾਂ, ਜਿਵੇਂ ਪੰਜਾਬ ਦੇ ਵਿੱਚ ਬਹੁਤ ਮਕਬੂਲ ਹੈ ਪੂਰਨ ਭਗਤ ਦੀ ਕਥਾ ਹੈ। ਉਹ ਜਿਹੜੇ ਇਸ ਕਿਸਮ ਦੇ ਕਿੱਸੇ ਆ ਉਹਨਾਂ ਨੂੰ ਅਸੀਂ ਪਰੰਪਰਾ ਦੇ ਵਿੱਚ ਭਗਤਾਂ ਨਾਲ ਸੰਬੰਧਿਤ ਕਿੱਸਿਆਂ ਦੀ ਕੋਟੀ ਦੇ ਵਿੱਚ ਰੱਖ ਲੈਂਦੇ ਆ। ਜਿਹੜੇ ਯੋਧਿਆਂ ਨਾਲ ਸੰਬੰਧਿਤ ਕਿੱਸੇ ਆ ਉਹਦੇ ਵਿੱਚ ਦੁੱਲਾ ਭੱਟੀ, ਜਿਉਣਾ ਮੌੜ, ਜਿਹੜੇ ਦੇ ਵਿੱਚ ਇਸ ਕਿਸਮ ਦੇ ਕਥਾ ਬਰਤਾਂਤ ਨੂੰ ਬਿਆਨ ਕੀਤਾ ਜਾਂਦਾ ਹੈ। ਹਾਲਾਂਕਿ ਸਾਡੇ ਕੋਲੇ ਮੱਧਕਾਲੀ ਪਰੰਪਰਾ ਤੋਂ ਪਹਿਲਾਂ ਆਦਿਕਾਲੀ ਸਾਹਿਤ ਦੇ ਵਿੱਚ ਵੀ ਲੋਕ ਵਾਰਾਂ ਪ੍ਰਚਲਿਤ ਰਹੀਆਂ, ਉਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਰਤਾਂਤ ਹੀ ਪੇਸ਼ ਕਰਦੀਆਂ ਰਹੀਆਂ। ਪਰ ਕਿੱਸਾ ਜਿਹੜਾ ਇਹ ਸੰਪੂਰਨ ਬਰਤਾਂਤ ਦੀ ਵਿਧਾ ਹੈ। ਇਸ ਕਰਕੇ ਇਹਨਾਂ ਤਿੰਨ ਮਕਬੂਲ ਹਿੱਸਿਆਂ ਦੇ ਵਿੱਚ ਵੰਡ ਕੇ ਅਸੀਂ ਪੰਜਾਬੀ ਕਿੱਸੇ ਆ ਜਿਹੜੇ ਜਾਂ ਕਿਤੋਂ ਦੇ ਵੀ ਕਿੱਸੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਸਮਝ ਸਕਦੇ ਹਾਂ।
ਰੀਤ ਕਿੱਸੇ, ਭਗਤਾਂ ਦੇ ਕਿੱਸੇ ਤੇ ਯੋਧਿਆਂ ਦੇ ਕਿੱਸੇ। ਬਿਲਕੁਲ ਬਿਲकुल ਇਹਦੇ ਵਰਗੀਕਰਨ ਦੇ ਹਾਂ, ਤਿੰਨ ਇਹ ਪ੍ਰਮੁੱਖ ਵਰਗੀਕਰਨ ਅਸੀਂ ਕਿੱਸਿਆਂ ਨੂੰ ਸਮਝਣ ਵਾਸਤੇ ਇਹਨਾਂ ਦੇ ਅੰਤਰਗਤ ਰੱਖ ਕੇ ਜਦੋਂ ਸਮਝਦੇ ਆ ਤਾਂ ਉਹਦੀਆਂ ਕੋਟੀਆਂ ਬਣਾਉਣੀਆਂ, ਵਰਗ ਬਣਾਉਣੇ, ਹਿੱਸੇ ਬਣਾਉਣੇ ਜਾਂ ਸਮਝਣ ਵਾਸਤੇ ਸਾਨੂੰ ਸੁਖਿਆਈ ਹੋ ਜਾਂਦੀ ਹੈ ਜੀ। ਸਰ ਕਿੱਸੇ ਦੇ ਵਿੱਚ ਕਿੱਸਾ ਵੀ ਜਿਵੇਂ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਜਿਹੜੀਆਂ, ਕਿਉਂਕਿ ਜਦੋਂ ਸਿਧਾਂਤ ਦੀ ਗੱਲ ਕਰਦੇ ਆ ਤੇ ਹਰੇਕ ਸਾਹਿਤ ਰੂਪ ਦੇ ਆਪਣੇ ਦੇ ਵਿੱਚ ਤੱਤ ਜਿਹੜੇ ਹੈ ਆ ਜੀ, ਤੇ ਕਿੱਸੇ ਦੇ ਤੱਤਾਂ ਬਾਰੇ ਜੇਕਰ ਗੱਲ ਕਰੀਏ ਤਾਂ ਪ੍ਰਮੁੱਖ ਤੌਰ ਤੇ ਕਿਹੜੇ ਤੱਤ ਆ ਜਿਹੜੇ ਕਿੱਸੇ ਦੇ ਵਿੱਚ ਵੀ ਰਹਿੰਦੇ ਆ ਜੀ? ਦੇਖੋ, ਅਸੀਂ ਸਾਰੇ ਜਾਣਦੇ ਹਾਂ ਕਿ ਹਰ ਸਾਹਿਤ ਜਿਹੜੀ ਵਿਧਾ ਹੈ ਉਸ ਨੂੰ ਉਹਦੀ ਬਣਤਰ ਦੇ ਵਿੱਚ ਕੁਝ ਵਿਸ਼ੇਸ਼ ਪਹਿਲੂ ਹੁੰਦੇ ਆ ਤੇ ਉਹਦੀ ਬਣਤਰ ਦੇ ਵਿਸ਼ੇਸ਼ ਅਤੇ ਪ੍ਰਮੁੱਖ ਪਹਿਲੂਆਂ ਨੂੰ ਅਸੀਂ ਉਸ ਸਾਹਿਤ ਵਿਧਾ ਦੇ ਤੱਤ ਆਖ ਦਿੰਦੇ ਆ। ਇਸੇ ਤਰੀਕੇ ਨਾਲ ਕਿੱਸੇ ਦੇ ਵੀ ਤੱਤ ਹੈ। ਉਹ ਤੱਤਾਂ ਦੇ ਵਿੱਚ ਸਭ ਤੋਂ ਪਹਿਲਾਂ ਕਹਾਣੀ ਦਾ ਸ਼ੁਰੂ ਹੋਣਾ, ਫਿਰ ਉਸ ਤੋਂ ਬਾਅਦ ਕਹਾਣੀ ਨੂੰ ਅੱਗੇ ਚਲਾਉਣ ਵਾਸਤੇ ਪਾਤਰਾਂ ਦੀ ਚੋਣ ਕਰਨੀ, ਫਿਰ ਅੱਗੇ ਉਸ ਦੀ ਕਥਾ ਜਿਹੜੀ ਕਥਾ ਪ੍ਰਵਾਹ ਨੂੰ ਅੱਗੇ ਲੈ ਕੇ ਜਾਣਾ, ਫਿਰ ਕਥਾ ਪ੍ਰਵਾਹ ਦੇ ਵਿੱਚ ਕਿੱਸਿਆਂ ਦੇ ਵਿੱਚ ਇੱਕ ਹੋਰ ਵਿਸ਼ੇਸ਼ ਗੱਲ ਹੈ ਕਿ ਇਸ ਦੇ ਵਿੱਚ ਪ੍ਰਕਿਰਤਕ ਅਤੇ ਮਿਥਿਹਾਸਕ ਘਟਨਾਵਾਂ ਦਾ ਸੰਯੋਗ ਕਰ ਲਿਆ ਜਾਂਦਾ ਹੈ। ਕਈ ਵਾਰੀ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜੇ ਕਿੱਸੇ ਦੇ ਪਾਤਰ ਹੁੰਦੇ ਆ ਉਹਨਾਂ ਨੂੰ ਪ੍ਰਾਕਿਰਤਕ ਸ਼ਕਤੀਆਂ ਦਾ ਮਤਲਬ ਥਾਪੜਾ ਪ੍ਰਾਪਤ ਹੈ। ਫਿਰ ਉਸ ਦੇ ਨਾਲ ਅੱਗੇ ਜਿਹੜੀ ਪ੍ਰੀਤ ਕਹਾਣੀ ਹੈ ਉਸ ਨੂੰ ਕਈ ਵਾਰੀ ਪੁਰਾਣੇ ਜਨਮ ਨਾਲ ਜੋੜ ਲਿਆ ਜਾਂਦਾ ਹੈ, ਜਨਮਾਂ ਜਨਮਾਂ ਤੋਂ ਪ੍ਰੀਤ ਦੀ ਗੱਲ ਕਰ ਲਈ ਜਾਂਦੀ ਹੈ। ਉਸੇ ਤਰੀਕੇ ਨਾਲ ਪ੍ਰਕਿਰਤੀ ਚਿਤਰਨ, ਮਨ ਬਚਨੀਆਂ, ਇਹ ਸਾਰੇ ਦੇ ਸਾਰੇ ਜਿਹੜੇ ਪੱਖ ਹੈ ਇਹ ਕਿੱਸੇ ਦੇ ਤੱਤ ਬਣ ਜਾਂਦੇ ਆ। ਜੇਕਰ ਇਹਨਾਂ ਨੂੰ ਅਸੀਂ ਇਕੱਲੇ ਇਕੱਲੇ ਨੂੰ ਵਿਚਾਰੀਏ ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਸਾਨੂੰ ਕਿੱਸੇ ਦੀ ਜਿਹੜੀ ਹੋਂਦ ਹੈ ਉਹਦੀ ਝਲਕ ਪੈਂਦੀ ਹੈ। ਫਾਰ ਐਗਜ਼ਾਮਪਲ ਜਿੰਨੇ ਵੀ ਸਾਡੇ ਕਿੱਸੇ ਹੈ ਉਹ ਸਾਰਿਆਂ ਦੇ ਕਿੱਸੇ ਦੇ ਸ਼ੁਰੂ ਵਿੱਚ ਪਰਮਾਤਮਾ ਨੂੰ ਨਮਸਕਾਰ ਕਰਨਾ ਜਾਂ ਆਪਣੇ ਗੁਰੂ ਉਸਤਾਦ ਦੀ ਆਰਾਧਨਾ ਕਰਨਾ ਇਹ ਪ੍ਰਮੁੱਖ ਮੰਨਿਆ ਜਾਂਦਾ ਹੈ। ਇਹਨੂੰ ਕਿੱਸੇ ਦੇ ਵਿੱਚ ਜਦੋਂ ਲਿਆ ਜਾਂਦਾ ਤਾਂ ਕਿੱਸੇ ਦੀ ਭਾਸ਼ਾ ਜਾਂ ਕਿਸੇ ਦੇ ਤੱਤ ਦੇ ਵਿੱਚ ਇਹਨੂੰ ਮੰਗਲਾਚਰਨ ਕਿਹਾ ਜਾਂਦਾ ਹੈ। ਯਾਨੀ ਪਹਿਲਾ ਤੱਤ ਇਸ ਦਾ ਮੰਗਲਾਚਰਨ। ਬਿਲਕੁਲ, ਸਭ ਤੋਂ ਪਹਿਲਾ ਤੇ ਪ੍ਰਮੁੱਖ ਤੱਤ ਮੰਗਲਾਚਰਨ ਮੰਨਿਆ ਜਾਂਦਾ ਹੈ। ਜਿਵੇਂ ਜੇ ਤੁਸੀਂ ਵਾਰਿਸ ਦੀ ਹੀਰ ਦੀ ਗੱਲ ਕਰੋ ਤਾਂ ਅਵਲ ਹਮਦ ਖੁਦਾਏ ਦਾ ਵਿਰਦ ਕੀਚੈ, ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ। ਪਹਿਲਾਂ ਆਪ ਖੁਦਾਏ ਨੇ ਇਸ਼ਕ ਕੀਤਾ, ਇਸ ਪ੍ਰਕਾਰ ਉਹ ਮੰਗਲਾਚਰਨ ਆਉਂਦਾ ਹੈ। ਇਸੇ ਪ੍ਰਕਾਰ ਹੀ ਜੇ ਮੰਗਲਾਚਰਨ ਉਸ ਸਮੇਂ ਦੀ ਹਰ ਇੱਕ ਰਚਨਾ ਦਾ ਆਧਾਰ ਸੀ। ਜੇ ਚੰਡੀ ਦੀ ਵਾਰ ਦੀ ਗੱਲ ਕਰਦੇ ਆ, ਗੁਰੂ ਗੋਬਿੰਦ ਸਿੰਘ ਜੀਆਂ ਨੇ ਉਹਦੇ ਵਿੱਚ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਉਹ ਇਸ ਕਿਸਮ ਦਾ ਜਿਹੜਾ ਪਹਿਲਾ ਕਿਸੇ ਨੂੰ ਸ਼ੁਰੂ ਕਰਨ ਦਾ ਮੱਧਕਾਲੀ ਸਿਸਟਮ ਦੇ ਵਿੱਚ ਕਵਿਤਾ ਦੇ ਵਿੱਚ ਜਦੋਂ ਕੋਈ ਵਿਅਕਤੀ ਬਿਰਤਾਂਤ ਪੇਸ਼ ਕਰਦਾ ਸੀ ਤਾਂ ਉਦੋਂ ਮੰਗਲਾਚਰਨ ਉਹਦਾ ਪ੍ਰਮੁੱਖ ਤੱਤ, ਪ੍ਰਮੁੱਖ ਹਿੱਸਾ ਹੁੰਦਾ ਸੀ, ਜਿਹਦੇ ਵਿੱਚ ਜਿਹੜਾ ਕਿੱਸਾ ਲਿਖਣ ਵਾਲਾ ਵਿਅਕਤੀ ਹੈ ਉਹ ਪ੍ਰਮਾਤਮਾ ਦਾ ਨਾਮ ਲੈਂਦਾ ਸੀ, ਪ੍ਰਮਾਤਮਾ ਨੂੰ ਧਿਆਉਂਦਾ ਸੀ। ਯਾਨੀ ਜਿਹੜਾ ਮੰਗਲਾਚਰਨ ਆ ਉਹ ਕਿੱਸੇ ਦੇ ਮੁੱਢ ਵਿੱਚ ਆਉਂਦਾ, ਕਿੱਸੇ ਦੇ ਆਰੰਭ ਵਿੱਚ ਆਉਂਦਾ। ਬਿਲਕੁਲ। ਤੇ ਉਸ ਤੋਂ ਅੱਗੇ ਸਰ ਜਿਹੜਾ ਇਸ ਤੇ ਕਿੱਸੇ ਦੇ ਵਿੱਚ ਬਿਰਤਾਂਤ ਆ, ਉਹ ਬਿਰਤਾਂਤ ਦੀ ਕੀ ਵਿਧਾ ਜੀ, ਜਾਂ ਬਿਰਤਾਂਤ ਦਾ ਕੀ ਤਰੀਕਾ ਕੀ ਰਹਿੰਦਾ ਜੀ? ਦੇਖੋ, ਬਿਰਤਾਂਤ ਬੇਸਿਕਲੀ ਕਥਾ ਕਹਿਣ ਦਾ ਢੰਗ, ਕਥਾ ਦਾ ਪ੍ਰਵਾਹ, ਕਥਾ ਦੀ ਨਿਰੰਤਰਤਾ, ਕਹਾਣੀ ਨੂੰ ਬਿਆਨ ਕਰਨ ਦਾ ਸਲੀਕਾ, ਉਸ ਨੂੰ ਅਸੀਂ ਬਿਰਤਾਂਤ ਆਖਦੇ ਹਾਂ। ਜਿਹੜਾ ਬਿਰਤਾਂਤ ਹੈ, ਬਿਰਤਾਂਤ ਹਰ ਕਿਸੇ ਦੇ ਵਿੱਚ ਆਪਣੇ ਤਰੀਕੇ ਨਾਲ ਲਿਆ ਜਾਂਦਾ ਹੈ। ਉਹਦੇ ਵਿੱਚ ਕੋਸ਼ਿਸ਼ ਇਹ ਕੀਤੀ ਜਾਂਦੀ ਹੈ, ਕਿਉਂਕਿ ਕਿੱਸਾ ਆਪਣੇ ਆਪ ਦੇ ਵਿੱਚ ਵਿਸ਼ਾਲ ਵਿਧਾ ਹੈ। ਕਿੱਸਿਆਂ ਦੇ ਵਿੱਚ ਜਨਮ ਤੋਂ ਲੈ ਕੇ ਅਖੀਰ ਤੱਕ ਜਿਹੜਾ ਸੰਪੂਰਨ ਇੱਕ ਵਿਅਕਤੀ ਦੇ ਜੀਵਨ ਦਾ ਚਿੱਤਰ ਹੈ ਉਸ ਨੂੰ ਪੇਸ਼ ਕੀਤਾ ਜਾਂਦਾ ਹੈ। ਬਹੁਤ ਸਾਰੇ ਕਿੱਸਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਬਿਰਤਾਂਤ ਸ਼ੁਰੂ ਕਰਨ ਵੇਲੇ ਉਹ ਦੱਸਦੇ ਆ ਕਿ ਜਦੋਂ ਹੀਰ ਦਾ ਜਨਮ ਹੋਇਆ, ਜਦੋਂ ਸਾਹਿਬਾਂ ਦਾ ਜਨਮ ਹੋਇਆ, ਜਦੋਂ ਸ਼ੀਰੀ ਦਾ, ਜਦੋਂ ਕਿਸੇ ਵੀ ਕਿਸਮ ਦੇ ਕਿਸੇ ਦੇ ਪ੍ਰਮੁੱਖ ਪਾਤਰ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ ਤਾਂ ਨਜ਼ੂਮੀ ਉਹਦੇ ਬਾਰੇ ਕੀ ਕਹਿੰਦੇ ਆ। ਕਿੱਸਾਕਾਰ ਕਈ ਥਾਵਾਂ ਤੇ ਲਿਖਦੇ ਆ ਕਿ ਵੱਡਾ ਹੋ ਕੇ ਇਹ ਇਸ਼ਕ ਕਮਾਊਗਾ। ਜਦੋਂ ਉਹਦਾ ਜਨਮ ਹੋਇਆ ਰੌਸ਼ਨੀ ਇਸ ਕਿਸਮ ਦੀ ਸੀ, ਪ੍ਰਕਿਰਤਕ ਸ਼ਕਤੀਆਂ ਇਸ ਕਿਸਮ ਦੀਆਂ ਸੀ। ਜਿਹੜਾ ਇਸ ਕਿਸਮ ਦਾ ਸਾਰਾ ਵਰਤਾਰਾ ਹੁੰਦਾ ਹੈ ਉਸ ਨੂੰ ਅਸੀਂ ਕਿੱਸੇ ਦੇ ਬਿਰਤਾਂਤ ਦਾ ਮੂਲ ਆਧਾਰ ਕਹਿੰਦੇ ਆ। ਫਿਰ ਇਸ ਬਿਰਤਾਂਤ ਦੇ ਨਾਲ ਇਤਿਹਾਸਕ ਅਤੇ ਮਿਥਿਹਾਸਕ ਗੱਲਾਂ ਨੂੰ ਵੀ ਜੋੜਿਆ ਜਾਂਦਾ। ਇਤਿਹਾਸਕ ਅਤੇ ਮਿਥਿਹਾਸਕ ਗੱਲਾਂ ਨੂੰ ਤਾਂ ਜੋੜਿਆ ਜਾਂਦਾ ਹੈ ਤਾਂ ਕਿ ਜਿਹੜਾ ਵੀ ਬਿਰਤਾਂਤ, ਕਥਾ ਜਾਂ ਕਹਾਣੀ ਪੇਸ਼ ਕੀਤੀ ਜਾ ਰਹੀ ਹੈ ਉਹ ਲੋਕ ਉਸ ਤੇ ਵੱਧ ਤੋਂ ਵੱਧ ਵਿਸ਼ਵਾਸ ਕਰਨ, ਉਹ ਲੋਕਾਂ ਨੂੰ ਯਥਾਰਥਮਈ ਲੱਗੇ। ਜਿਵੇਂ ਪੰਜਾਬੀ ਦੇ ਵਿੱਚ ਜਿਹੜਾ ਹੀਰ ਦਾ ਬਿਰਤਾਂਤ ਹੈ, ਜਦੋਂ ਦਮੋਦਰ ਨੇ ਉਸ ਨੂੰ ਚਿਤਰਿਆ ਤਾਂ ਦਮੋਦਰ ਆਪਣੇ ਬਿਰਤਾਂਤ ਨੂੰ ਲੋਕਾਂ ਦੇ ਨੇੜੇ, ਲੋਕਾਂ ਦੇ ਵਿਸ਼ਵਾਸਯੋਗ ਬਣਾਉਣ ਵਾਸਤੇ ਜਗ੍ਹਾ ਜਗ੍ਹਾ ਤੇ ਆਪਣੇ ਵੱਲੋਂ ਇਹ ਉਕਤੀ ਹੈ ਜਿਹੜੀ ਉਹਨੂੰ ਦਿੰਦਾ ਹੈ ਕਿ ਆਖ ਦਮੋਦਰ ਅੱਖੀਂ ਡਿੱਠਾ, ਕਿ ਜੋ ਕੁਝ ਵੀ ਮੈਂ ਕਿੱਸੇ ਦੇ ਵਿੱਚ ਬਿਆਨ ਕਰ ਰਿਹਾ ਉਹ ਬਿਰਤਾਂਤ ਮੈਂ ਅੱਖਾਂ ਨਾਲ ਦੇਖਿਆ ਹੋਇਆ। ਇਸੇ ਤਰੀਕੇ ਨਾਲ ਜਿਹੜਾ ਸਾਡੇ
ਪੰਜਾਬੀ ਦੁਨੀਆ ਦਾ ਵਿਸ਼ੇਸ਼ ਅੰਕ ਹੈ ਕਿੱਸਿਆਂ ਬਾਰੇ, ਉਸ ਦੇ ਵਿੱਚ ਕਈ ਜਗ੍ਹਾ ਤੇ ਤੁਹਾਨੂੰ ਉਹ ਦੱਸਦੇ ਆ ਕਿ ਇਹ ਹੀਰ ਦੀ ਸਮਾਧ ਹੈ, ਇਹ ਹੀਰ ਦਾ ਭੰਗੂੜਾ ਹੈ। ਉਹ ਇਸ ਕਰਕੇ ਦੱਸਿਆ ਜਾਂਦਾ ਹੈ ਕਿ ਤਾਂ ਕਿ ਲੋਕ ਇਹ ਨਾ ਸਮਝਣ ਕਿ ਇਹ ਕੇਵਲ ਕਲਪਿਤ ਕਹਾਣੀ ਹੈ, ਬਲਕਿ ਉਸ ਨੂੰ ਸੱਚ ਮਨਾਉਣ ਦੇ ਵਿੱਚ ਉਹ ਰੁਚਿਤ ਰਹਿੰਦੇ ਆ। ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਿੱਸਿਆਂ ਦਾ ਪ੍ਰਮੁੱਖ ਆਧਾਰ ਹੀ ਇਹ ਹੈ ਕਿ ਇਹਦੇ ਵਿੱਚ ਇਤਿਹਾਸ ਮਿਥਿਹਾਸ ਦੋਨਾਂ ਦਾ ਸੰਗਮ ਕਰਕੇ ਦਿਖਾਇਆ ਜਾਂਦਾ ਹੈ। ਫਾਰ ਐਗਜ਼ਾਮਪਲ, ਜਦੋਂ ਅਸੀਂ ਵਾਰਿਸ ਦੇ ਕਿੱਸੇ ਦੀ ਜਿਹੜੇ ਹੀਰ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਰਾਂਝੇ ਨੂੰ ਕੁਝ ਇਸ ਕਿਸਮ ਦੀਆਂ ਸ਼ਕਤੀਆਂ ਪ੍ਰਾਪਤ ਕਰ ਦਿੰਦੇ ਆ। ਉਹ ਸ਼ਕਤੀਆਂ ਦੇ ਨਾਲ ਉਹ ਕਈ ਉਹ ਗੱਲਾਂ ਕਰ ਲੈਂਦਾ ਜਿਹੜੀਆਂ ਸਧਾਰਨ ਮਨੁੱਖ ਨਹੀਂ ਕਰ ਸਕਦਾ। ਮੇਰਾ ਮਤਲਬ ਇਹ ਹੈ ਕਿ ਇਤਿਹਾਸ ਅਤੇ ਮਿਥਿਹਾਸ ਦੇ ਸੰਗਮ ਨਾਲ ਦੋ ਵਿਅਕਤੀਆਂ ਦੇ ਜੀਵਨ ਬਰਤਾਂਤ ਨੂੰ, ਪ੍ਰੇਮ ਬਰਤਾਂਤ ਨੂੰ, ਕਿਸੇ ਯੋਧੇ ਦੇ ਜੀਵਨ ਬਰਤਾਂਤ ਨੂੰ, ਕਿਸੇ ਭਗਤ ਦੇ ਜੀਵਨ ਬਰਤਾਂਤ ਨੂੰ ਜਦੋਂ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਅਸੀਂ ਕਿੱਸੇ ਦਾ ਬਰਤਾਂਤਕ ਪੱਖ ਆਖਦੇ ਹਾਂ, ਕਿਉਂਕਿ ਕਿੱਸਾ ਬੁਨਿਆਦੀ ਤੌਰ ਤੇ ਕਾਵਿ ਦੇ ਵਿੱਚ ਕਹੀ ਹੋਈ ਕਹਾਣੀ ਜਾਂ ਬਰਤਾਂਤ ਹੀ ਹੁੰਦਾ ਹੈ। ਇਸ ਕਰਕੇ ਮੰਗਲਾਚਰਨ ਤੋਂ ਬਾਅਦ, ਪਰਮਾਤਮਾ ਦੀ ਆਰਾਧਨਾ ਤੋਂ ਬਾਅਦ ਦੂਸਰਾ ਪ੍ਰਮੁੱਖ ਤੱਤ ਇਹ ਹੁੰਦਾ ਹੈ ਕਿ ਕਿੱਸਾਕਾਰ ਤੁਹਾਨੂੰ ਉਸ ਵਿਸ਼ੇਸ਼ ਕਥਾ, ਕਹਾਣੀ ਜਾਂ ਬਰਤਾਂਤ ਤੋਂ ਜਾਣੂ ਕਰਵਾਵੇ, ਜਿਸ ਨੂੰ ਆਧਾਰ ਬਣਾ ਕੇ ਸੰਪੂਰਨ ਰਚਨਾ ਜਿਹੜੀ ਉਸ ਦਾ ਉਹਨਾਂ ਨੇ ਇੱਕ ਕਿਸਮ ਦਾ ਮਹਿਲ ਉਸਾਰਨਾ ਹੁੰਦਾ ਹੈ। ਇਸ ਨੂੰ ਅਸੀਂ ਬਰਤਾਂਤ ਆਖਦੇ ਹਾਂ ਜੀ। ਤੇ ਸਰ, ਜਿਹੜੀ ਫਿਰ ਜਦੋਂ ਕਥਾ ਚੱਲਦੀ ਹੈ ਕਿਸੇ ਦੀ, ਜਾਂ ਜੇ ਵੀ ਕਹੀਏ ਆਪਾਂ ਉਸ ਦੇ ਵਿੱਚ ਬਹੁਤ ਸਾਰੀਆਂ ਅਦਭੁਤ ਸ਼ਕਤੀਆਂ ਜਿਹੜੀ ਉਹਨਾਂ ਦੀ ਵੀ ਅਸੀਂ ਕਿੱਸੇ ਦੇ ਵਿੱਚ ਪੜ੍ਹਦੇ ਹਾਂ, ਤੇ ਉਹ ਫਿਰ ਬਰਤਾਂਤ ਦੇ ਅਧੀਨ ਆਉਂਦੀਆਂ, ਜੋ ਵੱਖਰਾ ਤੱਤ ਇਸ ਦਾ ਹੈ ਆ ਕਿਸੇ ਦਾ। ਦੇਖੋ, ਜਦੋਂ ਕੋਈ ਕਥਾ ਜਾਂ ਕਹਾਣੀ ਜਾਂ ਬਰਤਾਂਤ ਅਸੀਂ ਦੂਸਰੇ ਤੱਕ ਲੈ ਕੇ ਜਾਂਦੇ ਹਾਂ ਤਾਂ ਉਹ ਕਿਸੇ ਨਾ ਕਿਸੇ ਕਿੱਸਾਕਾਰ ਦੀ ਮਨ ਬਚਨੀ ਰਾਹੀਂ ਨਹੀਂ ਜਾਂਦਾ, ਬਲਕਿ ਉਹ ਪਾਤਰਾਂ ਰਾਹੀਂ ਜਾਂਦਾ ਜੀ। ਉਹ ਦੋ ਵਿਸ਼ੇਸ਼, ਉਹਨਾਂ ਨੂੰ ਪਾਤਰ ਕਹਿ ਲਓ, ਕਿਸੇ ਦੀ ਭਾਸ਼ਾ ਦੇ ਵਿੱਚ ਅਸੀਂ ਨਾਇਕ ਕਹਿ ਲੈਂਦੇ ਹਾਂ। ਨਾਇਕ ਅਤੇ ਪਾਤਰ ਦੇ ਵਿੱਚ ਬੁਨਿਆਦੀ ਅੰਤਰ ਹੁੰਦਾ ਹੈ। ਪਾਤਰ ਹੈ ਜਿਹੜਾ ਇਹ ਆਧੁਨਿਕ ਬਰਤਾਂਤ ਦਾ ਪ੍ਰਮੁੱਖ ਪੱਖ ਹੈ। ਮੱਧਕਾਲੀ ਬਰਤਾਂਤ ਦੇ ਵਿੱਚ ਜਿਹੜੇ ਵਿਅਕਤੀਆਂ ਨੂੰ ਲੈਣੇ ਆ ਅਸੀਂ, ਉੱਥੇ ਭਾਵੇਂ ਮਿਰਜ਼ੇ ਨੂੰ ਲਈਏ, ਸੱਸੀ ਪੁੰਨੂ ਨੂੰ ਲਈਏ, ਹੀਰ ਰਾਂਝੇ ਨੂੰ ਲਈਏ, ਉਹਨਾਂ ਨੂੰ ਅਸੀਂ ਨਾਇਕ ਤੇ ਨਾਇਕਾ ਕਹਿੰਦੇ ਆ। ਨਾਇਕ, ਤੁਹਾਡੇ ਸਵਾਲ ਦਾ ਜਵਾਬ ਉਹਦੇ ਵਿੱਚ ਹੀ ਪਿਆ ਕਿ ਨਾਇਕ ਅਸੀਂ ਕਿਉਂ ਕਹਿੰਦੇ ਆ। ਨਾਇਕ ਜਾਂ ਹੀਰੋ ਅਸੀਂ ਉਸ ਵਿਅਕਤੀ ਨੂੰ ਕਹਿੰਦੇ ਆ ਜਿਹਦੇ ਕੋਲੇ ਆਮ ਸਧਾਰਨ ਵਿਅਕਤੀ ਤੋਂ ਜ਼ਿਆਦਾ ਸ਼ਕਤੀਆਂ ਹੋਣ। ਇੱਕ ਸਧਾਰਨ ਵਿਅਕਤੀ ਕੋਲੇ ਪ੍ਰਕਿਰਤਿਕ ਸ਼ਕਤੀਆਂ ਹੁੰਦੀਆਂ, ਉਹਦੀ ਤਾਕਤ ਦੀ, ਉਹਦੇ ਦਿਮਾਗ ਦੀ, ਉਹਦੀ ਕੰਮ ਕਰਨ ਦੀ ਸਮਰੱਥਾ ਦੀ ਇੱਕ ਸੀਮਤ ਪਹੁੰਚ ਹੁੰਦੀ ਹੈ। ਪਰੰਤੂ ਜਿਹੜਾ ਸੁਪਰ ਨੈਚੁਰਲ ਜਾਂ ਮਿਥਿਹਾਸਕ ਹਵਾਲਿਆਂ ਨਾਲ ਬੰਦਾ ਚੱਲਦਾ ਹੈ ਤਾਂ ਉਸ ਦੇ ਵਿੱਚ ਅਸੀਂ ਇਹ ਕਹਿੰਦੇ ਆ ਕਿ ਮਿਥਿਹਾਸਕ ਹਵਾਲੇ ਉਸ ਕਥਾ ਦਾ ਅੰਗ ਬਣ ਜਾਂਦੇ ਆ। ਜਿਵੇਂ ਅਗਲੀ ਰਾਜੇ ਦੀ ਹੀਰ ਦੇ ਕਿੱਸੇ ਦੇ ਵਿੱਚ ਹੈ, ਕਚਹਿਰੀ ਨੂੰ ਅੱਗ ਲੱਗਣਾ। ਜਿਸ ਮੱਝ ਨੂੰ ਰਾਂਝਾ ਆਪਣੀ ਸੋਟੀ ਲਗਾ ਦਿੰਦਾ ਸੀ, ਉਹ ਵਿਸ਼ੇਸ਼ ਪ੍ਰਕਾਰ ਦੇ ਕਟਰੂਆਂ ਨੂੰ ਜਨਮ ਦਿੰਦੀ ਸੀ। ਜਾਂ ਇਸ ਕਿਸਮ ਦੀਆਂ ਜਿਹੜਾ ਮਿਰਜ਼ੇ ਦੀਆਂ ਕਾਨੀਆਂ, ਉਹਨਾਂ ਦੀ ਸ਼ਕਤੀ, ਮਿਰਜ਼ੇ ਦੀ ਬੱਕੀ ਦੀ ਸ਼ਕਤੀ, ਇਸ ਕਿਸਮ ਦੀਆਂ ਜਿਹੜੀਆਂ ਸ਼ਕਤੀਆਂ ਜਿਹੜੀਆਂ ਆਮ ਬੰਦੇ ਦੇ ਵੱਸ 'ਚ ਨਹੀਂ ਹੁੰਦੀਆਂ, ਜਿਨ੍ਹਾਂ ਨੂੰ ਅਸੀਂ ਸੁਪਰ ਨੈਚੁਰਲ ਪਾਵਰ ਕਹਿੰਦੇ ਆ, ਪ੍ਰਾਕਿਰਤਿਕ ਮਿਥਿਹਾਸਕ ਤਾਕਤਾਂ ਕਹਿੰਦੇ ਆ, ਉਹ ਸਾਰੀਆਂ ਦੀਆਂ ਸਾਰੀਆਂ ਇਸ ਹੀਰੋ ਦੇ ਨਾਲ ਜੋੜੀਆਂ ਜਾਂਦੀਆਂ ਤਾਂ ਕਿ ਉਹਨੂੰ ਪੜ੍ਹਨ ਵਾਲੇ, ਸੁਣਨ ਵਾਲਿਆਂ ਨੂੰ ਲੱਗੇ ਕਿ ਇਹ ਵਿਸ਼ੇਸ਼ ਵਿਅਕਤੀ ਹੈ, ਸਾਡੇ ਤੋਂ ਵੱਖਰਾ ਹੈ, ਇਹਦੇ ਵਿੱਚ ਕੁਛ ਨਾ ਕੁਛ ਪ੍ਰਮਾਤਮਾ ਵੱਲੋਂ ਖਾਸ ਬਣਾ ਕੇ ਭੇਜਿਆ ਜਾਂਦਾ ਹੈ। ਇਸ ਕਰਕੇ ਉਹਦੇ ਹੁਸਨ ਦੀ ਜਦੋਂ ਚਰਚਾ ਕਰਦੇ ਆ, ਜਾਂ ਉਹਦੀ ਬਹਾਦਰੀ ਦੀ, ਜਾਂ ਉਹਦੀ ਸਹਿਨ ਸ਼ਕਤੀ ਦੀ, ਇਹ ਸਾਰੀਆਂ ਗੱਲਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਅਦਭੁਤ ਸ਼ਕਤੀਆਂ ਕਹਿ ਸਕਦੇ ਹਾਂ ਅਸੀਂ, ਇਹ ਕਿੱਸੇ ਦੇ ਬਰਤਾਂਤ ਦਾ ਹਿੱਸਾ ਬਣ ਜਾਂਦੀਆਂ। ਤੇ ਜਿਹੜਾ ਸੁਪਨੇ 'ਚ ਮਿਲਾਪ ਵੀ ਬੜੇ ਕਿੱਸਿਆਂ ਦੇ ਵਿੱਚ ਗੱਲ ਆਉਂਦੀ ਹੈ। ਹਾਂ, ਉਹ ਸੁਪਨੇ 'ਚ ਮਿਲਾਪ ਦੀ ਜਿਹੜੀ ਗੱਲ ਇਹ ਹੁੰਦੀ ਹੈ ਕਿ ਬਰਤਾਂਤ ਕਹਿਣ ਦਾ ਇੱਕ ਤਰੀਕਾ ਹਰ ਸਮੇਂ ਦੇ ਵਿੱਚ ਪਿਆ ਹੁੰਦਾ ਹੈ। ਉੱਥੇ ਇਹ ਹੈ ਕਿ ਉਸ ਸਮੇਂ ਦੇ ਵਿੱਚ ਮੱਧਕਾਲੀ ਬਰਤਾਂਤ ਜਿਹੜਾ ਹੈ ਉਹਦੇ ਵਿੱਚ ਸਮਾਜ ਦੇ ਵਿੱਚ ਇਸ ਕਿਸਮ ਦੀ ਵਿਵਸਥਾ ਘੱਟ ਹੁੰਦੀ ਸੀ ਕਿ ਲੋਕ ਜਾਂ ਇਸਤਰੀਆਂ ਵਿਸ਼ੇਸ਼ ਤੌਰ ਤੇ ਉਸ ਕਿਸਮ ਨਾਲ ਬਾਹਰ ਘੁੰਮਦੀਆਂ। ਤਾਂ ਉਹ ਜਿਹੜਾ ਸੁਪਨੇ ਦਾ ਬਰਤਾਂਤ ਹੈ ਉਹ ਕਥਾਕਾਰ ਲਈ, ਕਿੱਸਾਕਾਰ ਲਈ ਸਿਰਜਣ ਦੇ ਵਿੱਚ ਸੁਖਿਆਈ ਪੈਦਾ ਕਰਦਾ ਹੈ। ਇਸ ਨੂੰ ਆਧੁਨਿਕ ਸਾਹਿਤ ਦੇ ਵਿੱਚ ਵੀ ਵਰਤਦੇ ਰਹੇ ਆ, ਆਧੁਨਿਕ ਕਵਿਤਾ ਦੇ ਵਿੱਚ ਵੀ ਇਸ ਗੱਲ ਨੂੰ ਵਰਤਿਆ। ਸੁਪਨੇ ਦੇ ਵਿੱਚ ਮਿਲੇ ਸਾਨੂੰ ਅਸਾਂ ਧਾਗਲ ਵਕੜੀ ਪਾਈ, ਉਹ ਇਸ ਕਿਸਮ ਦੀ ਗੱਲ ਹੈ ਜਿਹੜੀ ਇਹ ਮੱਧਕਾਲੀ ਬਰਤਾਂਤ ਦਾ ਵੀ ਹਿੱਸਾ ਹੈ। ਉਹਦੇ ਹੁਸਨ ਬਾਰੇ ਸੁਪਨੇ 'ਚ ਪਤਾ ਲੱਗਣਾ,
ਜਾਂ ਜਦੋਂ ਘਰੋਂ ਤੁਰਨ ਲੱਗਿਆ ਮਿਰਜ਼ਾ ਤਾਂ ਉਹਦੀਆਂ ਭਰਜਾਈਆਂ ਉਹਨੂੰ ਤਾਨਾ ਮਾਰਦੀਆਂ, ਉਹ ਕਹਿੰਦਾ ਵੀ ਮੈਨੂੰ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਹੈ ਉਹਦੇ ਬਾਰੇ ਪੂਰਬ ਆਭਾਸ ਹੈ ਕਿ ਜਿਹੜੀ ਸਾਹਿਬ ਹੈ ਉਹ ਕਿੰਨੀ ਖੂਬਸੂਰਤ ਹੈ। ਹੀਰ ਦੀ ਖੂਬਸੂਰਤੀ ਬਾਰੇ ਰਾਂਝੇ ਦੇ ਮਨ ਦੇ ਵਿੱਚ ਇਸ ਕਿਸਮ ਦੀਆਂ ਲਹਿਰਾਂ ਦਾ ਉੱਠਣਾ, ਇਹ ਸਾਰੀਆਂ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਇਹ ਵੀ ਸੁਪਰਨੈਚੁਰਲ ਪਾਵਰ ਨਾਲ ਹੀ ਜੁੜੀਆਂ ਹੋਈਆਂ, ਕਿਉਂਕਿ ਉਹ ਇੱਕ ਖਾਬ ਖਿਆਲੀ ਦੇ ਵਿੱਚ ਸੁਪਨੇ ਦੇ ਚਿਤਰਨ ਦੇ ਨਾਲ ਕਿੱਸਾ ਕਵੀ ਹੈ ਜਿਹੜਾ ਉਹ ਉਸ ਪਾਤਰ ਨੂੰ ਜਾਂ ਉਸ ਬਿਰਤਾਂਤ ਨੂੰ ਕੀ ਮੋੜ ਦੇਣਾ ਚਾਹੁੰਦਾ ਹੈ, ਉਹਦੇ ਲਈ ਇਹ ਇੱਕ ਵਧੀਆ ਕਿਸਮ ਦਾ ਕਥਾ ਕਹਿਣ ਦਾ ਢੰਗ ਬਣ ਜਾਂਦਾ ਹੈ। ਤੇ ਕਿੱਸੇ ਦੇ ਵਿੱਚ ਇਸ ਢੰਗ ਨੂੰ ਬਹੁਤ ਬਾਖੂਬੀ ਖੂਬਸੂਰਤੀ ਨਾਲ ਵਰਤਿਆ ਜਾਂਦਾ ਹੈ। ਇਸ ਕਰਕੇ ਜਿੰਨੇ ਵੀ ਕਿੱਸਾਕਾਰ ਹੋਏ ਹੈ ਉਹ ਸਾਰਿਆਂ ਦੇ ਵਿੱਚ ਕੁਝ ਸਾਂਝੇ ਇਸ ਕਿਸਮ ਦੀਆਂ ਨੂੰ ਕਥਾ ਰੂੜੀਆਂ ਕਹਿੰਦੇ ਆ ਅਸੀਂ। ਜੀ ਜੀ, ਸੁਪਨੇ ਵਿੱਚ ਮਿਲਣਾ ਵੀ ਆਪਣੇ ਆਪ ਦੇ ਵਿੱਚ ਇੱਕ ਕਥਾ ਰੂੜੀ ਹੈ। ਇਹ ਕਥਾ ਰੂੜੀ ਨੂੰ ਹਰ ਕਿੱਸਾਕਾਰ ਹੈ ਜਿਹੜਾ ਉਹ ਬਿਆਨ ਕਰਦਾ। ਤੇ ਇਹ ਪ੍ਰੇਮ ਕਿੱਸਿਆਂ 'ਚ ਹੀ ਆ ਜਾਂ ਬਾਕੀ ਜਿਹੜੇ ਵਰਗ ਆ ਉਹਨਾਂ ਕਿੱਸਿਆਂ ਦੇ ਵਿੱਚ? ਸਾਰੇ ਕਿੱਸਿਆਂ ਦਾ ਸਾਂਝਾ ਤੱਤ ਹੈ ਜੀ। ਜਦੋਂ ਭਗਤਾਂ ਦੀ ਸ਼ਕਤੀ ਦੀ ਗੱਲ ਕਰਦੇ ਆ, ਜਦੋਂ ਪੂਰਨ ਭਗਤ ਦੀ ਗੱਲ ਕਰਦੇ ਆ ਤਾਂ ਉਸ ਦੀਆਂ ਕਹਿੰਦੇ ਲੱਤਾਂ ਬਾਹਾਂ ਵੱਢ ਕੇ ਖੂਹ 'ਚ ਸਿੱਟਤਾ ਸੀ, ਉੱਥੇ ਉਹਦਾ ਇਹਦੇ ਬਾਵਜੂਦ ਵੀ ਬਚਿਆ ਰਹਿਣਾ। ਇਸੇ ਤਰੀਕੇ ਨਾਲ ਜੇ ਅਸੀਂ ਦੁੱਲਾ ਭੱਟੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਉਹਦੀ ਤਾਕਤ ਦਾ ਬਿਆਨ ਕਰਨਾ ਤੇ ਉਹਦੀ ਤਾਕਤ ਦੇ ਬਿਆਨ ਕਰਨ ਸਮੇਂ ਜਿਹੜੀਆਂ ਬਾਕੀ ਸਾਰੀਆਂ ਚੀਜ਼ਾਂ ਇਹ ਕਥਾ ਰੂੜੀ ਦੇ ਤੌਰ ਤੇ ਕੁਝ ਗੱਲਾਂ ਨੂੰ ਨਾਲ ਸਮੇਟ ਲੈਂਦੀ ਹੈ, ਜਿਹਦੇ ਵਿੱਚ ਸੁਪਨੇ ਦੇ ਵਿੱਚ ਮਿਲਣਾ, ਪ੍ਰਾਕਿਰਤਿਕ ਸ਼ਕਤੀਆਂ ਦਾ ਨਾਲ ਆਉਣਾ, ਮਿਥਿਹਾਸਕ ਹਵਾਲਿਆਂ ਦਾ ਨਾਲ ਆਉਣਾ, ਇਹ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਕਿਸਮ ਦਾ ਖਾਸ ਕਿਸਮ ਦਾ ਬਿਰਤਾਂਤ ਦਾ ਹਿੱਸਾ ਬਣਦੀਆਂ ਜੀ। ਤੇ ਸਰ ਜਿਹੜੇ ਪ੍ਰੇਮ ਕਿੱਸਿਆਂ ਦੇ ਵਿੱਚ ਜਿਹੜੀ ਪ੍ਰੇਮ ਦੀ ਗੱਲ ਕੀਤੀ ਜਾਂਦੀ ਹੈ ਵੀ ਇਹਦਾ ਜਨਮਾਂ ਤੋਂ ਜਾਂ ਜਨਮਾਂਤਰਾਂ ਤੋਂ ਚੱਲਿਆ ਆ ਰਿਹਾ, ਉਹ ਵੀ ਇਸ ਦਾ ਤੱਤ ਹੈ ਜੀ ਕਿਸੇ ਦਾ? ਦੇਖੋ, ਜਿਹੜੇ ਸਾਡੇ ਬਹੁਤ ਸਾਰੇ ਕਿੱਸੇ ਆ ਉਹਨਾਂ ਦੇ ਵਿੱਚ ਉਹ ਕੋਸ਼ਿਸ਼ ਕਿੱਸਾਕਾਰ ਇਹ ਕਰਦੇ ਸੀ ਕਿ ਉਹਨਾਂ ਦਾ ਕਿੱਸਾ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਮਕਬੂਲ ਹੋਵੇ। ਉਹ ਇਹਨੂੰ ਕੱਲੀ ਪ੍ਰੀਤ ਕਥਾ ਤੱਕ ਸੀਮਤ ਨਹੀਂ ਕਰਨਾ ਚਾਹੁੰਦੇ ਸੀ। ਇਸ ਕਰਕੇ ਉਹ ਕਹਿੰਦੇ ਕਿ ਜਿਹੜਾ ਇਹ ਇਸ਼ਕ ਹੈ ਇਹ ਤਾਂ ਸਦੀਆਂ ਸਦੀਆਂ ਤੋਂ ਚੱਲਿਆ ਆ ਰਿਹਾ ਵਰਤਾਰਾ ਹੈ ਤੇ ਸਾਡੇ ਜਿਹੜੇ ਪਾਤਰ ਹੈ ਇਹਨਾਂ ਦਾ ਵੀ ਪਿਛਲੇ ਜਨਮਾਂ ਦਾ ਸੰਬੰਧ ਹੈ ਤੇ ਇਹ ਆਉਣ ਵਾਲੇ ਜਨਮਾਂ ਤੱਕ ਵੀ ਚੱਲਦਾ ਰਹੂਗਾ। ਇਸੇ ਕਰਕੇ ਉਹ ਆਪਣੇ ਪਾਤਰਾਂ ਦੇ, ਆਪਣੇ ਨਾਇਕਾਂ ਦੇ ਮੂੰਹ ਤੋਂ ਇਹ ਕਹਾਉਂਦੇ ਆ, ਜਿਵੇਂ ਹੀਰ ਦੇ ਕਿੱਸੇ ਦੀ ਗੱਲ ਕਰੀਏ ਆਪਾਂ, ਵਾਰੇ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ ਭਾਵੇਂ ਚੱਲ ਕੇ ਬਾਪ ਦਾ ਬਾਪ ਆਵੇ। ਉਹ 2 ਪੀੜ੍ਹੀਆਂ ਛੱਡ ਕੇ ਵੀ ਮੈਂ ਆਪਣੀ ਗੱਲ ਤੋਂ ਨਹੀਂ ਮੁੜੂੰਗੀ, ਕਿਉਂਕਿ ਉਹਦੇ ਨਾਲ ਉਹ ਕਹਿੰਦੀ ਵੀ ਮੇਰਾ ਜਨਮਾਂ ਜਨਮਾਂ ਦਾ ਸੰਬੰਧ ਹੈ। ਇਸੇ ਤਰੀਕੇ ਨਾਲ ਜਿਹੜੇ ਜਨਮ ਜਨਮਾਂਤਰਾਂ ਦੇ ਸੰਬੰਧ ਨੂੰ ਲੈ ਕੇ ਚੱਲਿਆ ਜਾਂਦਾ ਸੀ ਤੇ ਫਿਰ ਕਈ ਵਾਰੀ ਕੀ ਕੀਤਾ ਜਾਂਦਾ ਸੀ ਕਿ ਕਿੱਸਾਕਾਰ ਹੈ ਜਿਹੜਾ ਉਹ ਆਪਣੇ ਕਿੱਸੇ ਨੂੰ ਮਕਬੂਲ ਕਰਾਉਣ ਵਾਸਤੇ, ਜਿਵੇਂ ਕਈ ਕਿੱਸਿਆਂ ਦੇ ਵਿੱਚ ਉਹ ਕਹਿੰਦੇ ਆ ਕਿ ਹੀਰ ਰਾਹ ਤੇ ਚਾਕ ਕਲਬੂਤ ਜਾਣੋ, ਹੀਰ ਰੂਹ ਤੇ ਚਾਕ ਕਲਬੂਤ ਜਾਣੋ, ਕਿ ਬੁਨਿਆਦੀ ਤੌਰ ਤੇ ਜਿਹੜੀ ਹੀਰ ਤੇ ਰਾਂਝੇ ਦਾ ਕਿੱਸਾ ਹੈ ਇਹ ਤਾਂ ਅਸੀਂ ਕਿਸੇ ਸੂਫੀ ਪਰੰਪਰਾ ਦੇ ਆਧਾਰ ਤੇ ਕਹਿ ਰਹੇ ਹਾਂ। ਇਹ 2 ਵਿਅਕਤੀਆਂ ਦਾ ਪ੍ਰਤੀਕ ਨਹੀਂ ਹੈ ਬਲਕਿ ਮਨੁੱਖੀ ਸਰੀਰ ਤੇ ਰੂਹ ਦਾ ਸੰਬੰਧ ਹੈ। ਅਸੀਂ ਉਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮਨੁੱਖੀ ਸਰੀਰ ਅਤੇ ਰੂਹ ਦੇ ਸੰਬੰਧ ਨੂੰ ਅੱਗੇ ਫਿਰ ਜੋੜਿਆ ਜਾਂਦਾ ਹੈ ਅੱਗੇ ਜਾ ਕੇ ਕਿ ਇਹ ਬੁਨਿਆਦੀ ਤੌਰ ਤੇ ਕਈ ਲੰਬੇ ਸਮੇਂ ਤੋਂ ਚੱਲੀ ਆਉਂਦੀ ਪ੍ਰੀਤ ਕਥਾ ਹੈ। ਤੇ ਹੁਣ ਜਦੋਂ ਇਹਨੂੰ ਜਨਮਾਂ ਜਨਮਾਂਤਰਾਂ ਦਾ ਸੰਬੰਧ ਇਸ ਕਰਕੇ ਕਹਿ ਦਿੰਦੇ ਆ ਕਿ ਇਹ ਮਨੁੱਖ ਦੀਆਂ ਪ੍ਰੀਤ ਕਰਨ ਦੀਆਂ ਬੁਨਿਆਦੀ ਭਾਵਨਾਵਾਂ ਦੀ ਲਿਖਾਇਕ ਹੈ। ਹਰ ਸਮੇਂ ਦੇ ਵਿੱਚ, ਹਰ ਕਾਲ ਦੇ ਵਿੱਚ ਵਿਅਕਤੀ ਹੈ ਜਿਹੜੇ ਉਹ ਇਸ਼ਕ ਕਰਦੇ ਆ, ਉਹਨਾਂ ਦਾ ਸਮਾਂ ਬਦਲਦਾ ਰਹਿੰਦਾ, ਉਹਨਾਂ ਦੇ ਪਾਤਰਾਂ ਦੇ ਨਾਮ ਬਦਲਦੇ ਰਹਿੰਦੇ ਆ। ਇਸ ਕਰਕੇ ਉਹ ਕਹਿੰਦੇ ਆ ਕਿ ਜਿਹੜੀਆਂ ਇਸ ਕਿਸਮ ਦੀਆਂ ਪ੍ਰੀਤ ਕਹਾਣੀਆਂ ਉਹ ਕਾਲ ਅਤੀਤ ਹੋ ਜਾਂਦੀਆਂ, ਸਮੇਂ ਤੋਂ ਪਾਰ ਚਲੀਆਂ ਜਾਂਦੀਆਂ ਤੇ ਜਿਹੜੇ ਕਿੱਸੇ ਦੇ ਵਿੱਚ ਆਏ ਹੋਏ ਪਾਤਰ ਹੈ ਉਹ ਵੀ ਇੱਕ ਜਨਮ ਦੇ ਵਿੱਚ ਕੁਝ ਹੋਰ, ਅਗਲੇ ਜਨਮ ਦੇ ਵਿੱਚ ਫਿਰ ਉਸੇ ਤਰੀਕੇ ਨਾਲ ਆ ਜਾਂਦੇ ਆ। ਤਾਂ ਹੀ ਤੁਸੀਂ ਦੇਖਿਆ ਹੋਣਾ ਕਿ ਸਾਡਾ ਮੱਧਕਾਲੀ ਜਿਹੜਾ ਕਿੱਸਾ ਸਾਹਿਤ ਹੈ ਇਹ ਬਹੁਤ ਸਾਰੇ ਵਿਅਕਤੀਆਂ ਦੁਆਰਾ ਬਹੁਤ ਸਾਰੀਆਂ ਘਟਨਾਵਾਂ ਵਿੱਚ ਸ਼ਾਮਲ ਕਰਕੇ ਕਦੇ ਇਸ ਨੂੰ ਸੁਖਾਂਤਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਕਦੇ ਦੁਖਾਂਤਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਨਿਰੰਤਰ ਤੌਰ ਤੇ ਚੱਲਣ ਵਾਲਾ ਪ੍ਰਵਾਹ ਹੈ ਜੀ। ਕਿੱਸੇ ਦੇ ਵਿੱਚ ਸਰ ਜਿਹੜਾ ਉਪਦੇਸ਼ ਆ ਜੀ ਉਸ ਦਾ ਕੀ ਮਹੱਤਵ ਹੈ ਜੀ? ਉਪਦੇਸ਼ ਦਾ ਮਹੱਤਵ ਇਹ ਹੁੰਦਾ ਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜਾ ਸਾਹਿਤ ਹੈ ਇਹ 3 ਧਰਾਤਲਾਂ ਤੇ ਕੰਮ ਕਰਦਾ ਹੈ, ਸਤਿਅਮ, ਸ਼ਿਵਮ ਤੇ ਸੁੰਦਰਮ। ਇਹ ਸੱਚ ਦੀ ਪੇਸ਼ਕਾਰੀ ਕਰਦਾ ਹੈ, ਸੁੰਦਰਤਾ ਦੀ ਪੇਸ਼ਕਾਰੀ ਕਰਦਾ ਹੈ ਤੇ ਇਹ ਇੱਕ ਜਿਉਂਦੇ ਰਹਿਣ ਦੀ ਕਲਾ ਸ਼ਿਵਮ ਨੂੰ ਵੀ ਸਾਨੂੰ ਦੱਸਦਾ ਹੈ ਜੀ। ਜਿਹੜੀਆਂ ਇਹ 3 ਕਲਾਵਾਂ ਹੈ ਉਹ ਕਹਿੰਦੇ ਕਿ ਸਾਹਿਤ ਉਪਦੇਸ਼ ਰਹਿਤ ਹੋ ਹੀ ਨਹੀਂ ਸਕਦਾ। ਜਿਹੜੀ ਵੀ ਅਸੀਂ ਰਚਨਾ ਪੜ੍ਹਦੇ ਹਾਂ ਉਹਦਾ ਤੁਹਾਡੇ ਤੇ ਕੋਈ ਨਾ ਕੋਈ ਅਸਰ ਪੈਂਦਾ ਜੀ। ਉਸ ਅਸਰ ਨੂੰ ਤੁਸੀਂ ਕਿਸ ਰੂਪ ਦੇ ਵਿੱਚ ਲੈਣਾ ਹੈ। ਹੁਣ ਉਪਦੇਸ਼ ਨੂੰ ਲੈ ਕੇ ਪੰਜਾਬੀ ਆਲੋਚਕਾਂ ਦੇ ਵਿੱਚ ਕਿੱਸਿਆਂ ਨੂੰ ਆਧਾਰ ਬਣਾ ਕੇ ਬਹੁਤ ਲੰਬੀ ਡਿਬੇਟ ਚੱਲੀ, ਜਿਨ੍ਹਾਂ ਦੇ ਵਿੱਚੋਂ 2 ਪ੍ਰਮੁੱਖ ਨਾਂ ਅਸੀਂ ਸੰਤ ਸਿੰਘ ਸੇਖੋਂ ਤੇ ਕਿਸ਼ਨ ਸਿੰਘ ਦਾ ਲੈ ਸਕਦੇ ਹਾਂ। ਜਿਹੜਾ ਸੰਤ ਸਿੰਘ ਸੇਖੋਂ ਹੈ ਉਹ ਮੰਨ ਕੇ ਚੱਲਦੇ ਆ ਕਿ ਕਿਸੇ ਕੋਈ ਉਪਦੇਸ਼ ਨਹੀਂ ਦਿੰਦੇ ਬਲਕਿ ਇਹ ਵਿਗੜੇ ਹੋਏ ਮੁੰਡੇ ਕੁੜੀਆਂ ਦੀ ਕਹਾਣੀ ਬਿਆਨ ਕਰਨ ਵਾਲੀ ਚੀਜ਼ ਹੈ।
ਜੀ ਜਦੋਂ ਕਿ ਕਿਸ਼ਨ ਸਿੰਘ ਇਸ ਗੱਲ ਨੂੰ ਨਕਾਰਦੇ ਹੈ। ਕਿਸ਼ਨ ਸਿੰਘ ਇਹ ਕਹਿੰਦੇ ਕਿ ਆਪਣੇ ਸਮੇਂ ਦੀ ਸਥਾਪਤ ਜਿਹੜੀ ਕੀਮਤ ਪ੍ਰਬੰਧ ਸੀ ਉਸ ਤੋਂ ਬਗਾਵਤ ਕਰਨ ਵਾਲੀ ਧਿਰ ਹੈ ਜਿਹੜੀ ਉਹ ਕਿੱਸਿਆਂ ਦੇ ਵਿੱਚ ਪੇਸ਼ ਹੋਈ ਹੈ। ਹੀਰ ਨੇ ਆਪਣੇ ਪਰਿਵਾਰ ਤੋਂ ਬਗਾਵਤ ਕੀਤੀ, ਮਿਰਜ਼ੇ ਨੇ ਆਪਣੇ ਭਰਾਵਾਂ ਭਰਜਾਈਆਂ ਤੋਂ ਬਗਾਵਤ ਕੀਤੀ। ਇਸ ਕਰਕੇ ਉਹ ਦੱਸਦੇ ਆ ਕਿ ਆਪਣੇ ਸਮੇਂ ਦੇ ਸਮਾਜ ਤੋਂ ਜਦੋਂ ਕੋਈ ਵਿਅਕਤੀ ਵੱਖਰਾ ਹੋ ਕੇ ਕੁਝ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਉਹ ਮੰਨਦੇ ਆ ਕਿ ਉਹ ਕਿੱਸਾਕਾਰੀ ਦੇ ਅੰਤਰਗਤ ਪੇਸ਼ ਹੋ ਜਾਂਦਾ ਹੈ। ਇਹਦੇ ਉਪਦੇਸ਼ ਤਾਂ ਇਹੀ ਆਪਾਂ ਮੰਨ ਸਕਦੇ ਹਾਂ ਕਿ ਅਖੀਰ ਦੇ ਵਿੱਚ ਸਾਰੇ ਨੂੰ ਅਧਿਆਤਮਕ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਆ। ਤਾਂ ਇਸ ਨੂੰ ਹਰ ਵਿਅਕਤੀ ਆਪਣੇ ਤਰੀਕੇ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਅਸੀਂ ਹੁਣ ਵਾਰਿਸ ਦੇ ਕਿੱਸੇ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਬਹੁਤ ਸਾਰੇ ਇਸੇ ਕਿਸਮ ਦੇ ਉਪਦੇਸ਼ ਸਾਨੂੰ ਮਿਲਦੇ ਆ ਕਿ ਇਹ ਇਸ਼ਕ ਹੈ ਵੇਲ ਅੰਗੂਰ ਵਾਲੀ, ਜੜੋਂ ਪੱਟ ਕੇ ਮੂਲ ਨਾ ਸਿੱਟੀਏ ਜੀ, ਕੱਖਾਂ ਵਿੱਚ ਕਦੀ ਨਾ ਅੰਗਾਰ ਛੁਪਦੇ, ਜਾਂ ਇਸ ਕਿਸਮ ਦੀ ਵਾਰੇ ਸ਼ਾਹ ਇਹ ਜੱਟ ਫਕੀਰ ਹੋਇਆ ਨਹੀਂ, ਹੁੰਦੀਆਂ ਗਧੇ ਤੋਂ ਪੀਰੀਆਂ ਨੇ, ਜੱਟ ਚੋਰ ਤੇ ਚੁਗਲ ਦੀ ਜੀਵ ਵਾਂਗੂ ਗੁੱਜੇ ਰਹਿਣ ਨਾ ਦੀਦੜੇ ਯਾਰ ਦੇ ਨਹੀਂ। ਇਸੇ ਤਰ੍ਹਾਂ ਵਾਰੇ ਸ਼ਾਹ ਛਪਾਈਏ ਖਲਕ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ। ਇਹ ਸਾਰੇ ਉਪਦੇਸ਼ ਹੀ ਹੈ। ਕੋਈ ਕੱਚ ਤੋਂ ਲਾਲ ਨਾ ਹੋਏ ਜਾਂਦਾ, ਜੇ ਪਰੋਈਏ ਨਾਲ ਉਹ ਲਾਲ ਦੇ ਜੀ। ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਇਹ ਇੱਕ ਕਿਸਮ ਨਾਲ ਉਸ ਸਮੇਂ ਦੀ ਸੁਸਾਇਟੀ ਦੇ ਵਿੱਚ ਉਪਦੇਸ਼ ਹੀ ਸੀ। ਜਾਂ ਬਿੱਲੀ ਰੰਨ ਫਕੀਰ ਤੇ ਅੰਗ ਬੰਦੀ, ਇਨ੍ਹਾਂ ਫਿਰਨ ਘਰੋਂ ਘਰੀ ਕਾਰ ਹੈਵੇ। ਮੇਰਾ ਮਤਲਬ ਇਹ ਹੈ ਕਿ ਜਿਹੜੀਆਂ ਇਸ ਕਿਸਮ ਦੀਆਂ ਗੱਲਾਂ ਲੋਕਾਂ ਦੇ ਮੂੰਹ ਤੇ ਚੜ ਜਾਂਦੀਆਂ ਸੀ ਤਾਂ ਆਮ ਤੌਰ ਤੇ ਇਹ ਕਹਾਵਤ ਦੇ ਤੌਰ ਤੇ ਕਿਹਾ ਜਾਂਦਾ ਸੀ ਕਿ ਜੇ ਇਹ ਗੱਲ ਤੁਸੀਂ ਨਾ ਕੀਤੀ ਤਾਂ ਵਾਰਿਸ ਹੈ ਝੂਠਾ ਹੋ ਜਾਊਗਾ। ਮਤਲਬ ਵਾਰਿਸ ਨੇ ਜੀਵਨ ਦੇ ਵਿੱਚ ਹਰ ਇੱਕ ਚੀਜ਼ ਨੂੰ ਲੈ ਕੇ ਉਪਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਆਪਣੇ ਮਨ ਦੀ ਗੱਲ ਕਿਵੇਂ ਲੁਕੋ ਕੇ ਰੱਖਣੀ ਹੈ। ਵਾਰੇ ਸ਼ਾਹ ਛਪਾਈਏ ਜਗਤ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ। ਇਹ ਸਾਰੇ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਇਹੀ ਕਹਿ ਸਕਦੇ ਕਿ ਉਪਦੇਸ਼ ਹੀ ਹੈ ਜੀ। ਕਿੱਸੇ ਵਿੱਚ ਸਰ ਮਨ ਬਚਨੀਆਂ ਦਾ ਵੀ ਕਨਸੈਪਟ ਹੈ ਜੀ, ਇਸ ਬਾਰੇ? ਹਾਂ, ਮਨ ਬਚਨੀ ਦਾ ਮਤਲਬ ਇਹ ਹੁੰਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਕਿੱਸਾਕਾਰ ਆਪਣੇ ਵੱਲੋਂ ਆਪਣੇ ਮਨ ਦੀਆਂ ਗੱਲਾਂ ਆਪਣੇ ਮਨ ਦੇ ਬਚਨ ਵੀ ਸ਼ਾਮਲ ਕਰ ਜਾਂਦਾ ਹੈ। ਜਿਹੜੇ ਆਪਾਂ ਇਹ ਉਪਦੇਸ਼ ਵਰਤ ਰਹੇ ਹਾਂ ਇਹ ਰਾਂਝੇ ਦੇ ਜਾਂ ਹੀਰ ਦੇ ਉਪਦੇਸ਼ ਨਹੀਂ ਹੈ। ਇਹ ਬੁਨਿਆਦੀ ਤੌਰ ਤੇ ਵਾਰਿਸ ਦੀ ਉਪਦੇਸ਼ ਹੈ। ਵਾਰੇ ਸ਼ਾਹ ਛਪਾਈਏ ਜਗਤ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ। ਇਹ ਕੀ ਹੈ? ਇਹ ਸਾਰੇ ਦੇ ਸਾਰੇ ਜਿਹੜੇ ਉਸ ਵਿਅਕਤੀ ਵੱਲੋਂ ਉਹਦੇ ਮਨ ਦੇ ਵਿੱਚੋਂ ਕਹਾਈਆਂ ਹੋਈਆਂ ਜਿਹੜੀਆਂ ਗੱਲਾਂ ਉਹ ਇਹਦੇ ਅੰਤਰਗਤ ਆ ਜਾਂਦੀਆਂ। ਇਹਨੂੰ ਅਸੀਂ ਮਨ ਬਚਨੀ ਕਹਿ ਦਿੰਦੇ ਹਾਂ, ਜਿੱਥੇ ਸਿੱਧੇ ਤੌਰ ਤੇ ਕਿੱਸਾ ਕਿਸੇ ਖਾਸ ਉਦੇਸ਼ ਦੀ ਪ੍ਰਾਪਤੀ ਲਈ ਕਿਸੇ ਖਾਸ ਕਿਸਮ ਦੇ ਆਧਾਰ ਨੂੰ ਵਿਚਾਰ ਨੂੰ ਲੈ ਕੇ ਸਿੱਧਾ ਸੰਬੋਧਨ ਹੋ ਜਾਂਦਾ ਹੈ ਆਪਣੇ ਪਾਠਕਾਂ ਨਾਲ, ਆਪਣੇ ਸਰੋਤਿਆਂ ਨਾਲ। ਉੱਥੇ ਅਸੀਂ ਕਹਿੰਦੇ ਹਾਂ ਕਿ ਉਹਨਾਂ ਨੇ ਇਸ ਵਿਸ਼ੇਸ਼ ਕਿਸਮ ਦੀ ਕਥਾ ਵਿਧਾ ਦਾ ਸਹਾਰਾ ਲਿਆ ਜੀ। ਸਰ, ਜਿਸ ਦਿਨ ਆਪਾਂ ਸਫ਼ਰਨਾਮਾ ਬਾਰੇ ਗੱਲ ਕਰ ਰਹੇ ਸੀ ਤਾਂ ਉਹਦੇ ਵਿੱਚ ਆਪਾਂ ਨੇ ਇੱਕ ਵਾਤਾਵਰਣ ਚਿੱਤਰਨ ਦੀ ਗੱਲ ਕੀਤੀ ਜਾਂ ਵਾਤਾਵਰਣ ਬਾਰੇ ਗੱਲ ਕੀਤੀ ਸੀ, ਤਾਂ ਇਸ ਦੇ ਵਿੱਚ ਕਿੱਸੇ 'ਚ ਪ੍ਰਕਿਰਤੀ ਚਿੱਤਰਨ ਦੇ ਬਾਰੇ ਸਾਨੂੰ ਜਾਣਕਾਰੀ ਦਿਓ। ਦੇਖੋ, ਗੱਲ ਇਹ ਹੁੰਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਕਥਾ ਦਾ ਵਰਣਨ ਕਰਦਾ ਹੈ ਤਾਂ ਉਹਨੂੰ ਕੁਝ ਵਿਸ਼ੇਸ਼ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਪਾਤਰਾਂ ਦੀ ਜ਼ਰੂਰਤ ਹੁੰਦੀ ਹੈ, ਕਥਾ ਦੀ ਜ਼ਰੂਰਤ ਹੁੰਦੀ ਹੈ। ਉਸ ਤੋਂ ਬਾਅਦ ਫਿਰ ਉਹ ਦੇਖਦਾ ਹੈ ਕਿ ਉਹ ਜਿਹੜੀ ਕਥਾ ਨੇ ਵਾਪਰਨਾ ਕਿਸ ਜਗ੍ਹਾ ਤੇ। ਅਸੀਂ ਉਸ ਕਥਾ ਨੂੰ ਹਵਾ ਦੇ ਵਿੱਚ ਜਾਂ ਕੋਈ ਜਗ੍ਹਾ ਦਾ ਸਥਾਨ ਦੱਸੇ ਤੋਂ ਬਿਨਾ ਉਹਦਾ ਬਿਆਨ ਨਹੀਂ ਕਰ ਸਕਦੇ। ਹੁਣ ਜਿਸ ਤਰੀਕੇ ਨਾਲ ਜਦੋਂ ਵੀ ਗੱਲ ਹੁੰਦੀ ਹੈ, ਝਣਾ ਦੇ ਪਾਣੀ ਦੀ ਗੱਲ ਹੁੰਦੀ ਹੈ, ਦਰਿਆ ਦੀ ਗੱਲ ਹੁੰਦੀ ਹੈ, ਦਰਿਆ ਨੂੰ ਪਾਰ ਕਰਨ ਦੀ ਗੱਲ ਹੁੰਦੀ ਹੈ, ਸੋਹਣੀ ਦੇ ਦਰਿਆ ਨੂੰ ਤਰਨ ਦੀ ਗੱਲ ਹੁੰਦੀ ਹੈ। ਜਿਹੜੀਆਂ ਇਹ ਸਾਰੀਆਂ ਚੀਜ਼ਾਂ ਜਾਂ ਜਦੋਂ ਹੀਰ ਦੇ ਕਿੱਸੇ ਦੀ ਗੱਲ ਕਰਦੇ ਆ ਤਾਂ ਹੀਰ ਆਪਣੀ ਸਹੇਲੀਆਂ ਦੇ ਨਾਲ ਬਾਗ ਦੇ ਵਿੱਚ ਜਾਂਦੀ ਹੈ ਜਿੱਥੇ ਰਾਂਝੇ ਨਾਲ ਉਸ ਦਾ ਮਿਲਾਪ ਹੁੰਦਾ ਹੈ। ਉੱਥੇ ਉਹ ਰਾਂਝੇ ਉੱਠ ਕੇ ਆਖਿਆ ਵਾਹ ਸੱਜਣ ਹੀਰ ਹੱਸ ਕੇ ਤੇ ਮਿਹਰਬਾਨ ਹੋਈ। ਜਿਹੜੀਆਂ ਇਸ ਕਿਸਮ ਦੀਆਂ ਗੱਲਾਂ ਉਹ ਕਿਸੇ ਖਾਸ ਕਿਸਮ ਦੇ ਮਾਹੌਲ 'ਚ ਕੀਤੀਆਂ ਜਾਂਦੀਆਂ। ਮਿਰਜ਼ੇ ਨਾਲ ਸੰਬੰਧਿਤ ਜੰਡ ਦੀ ਗੱਲ ਕੀਤੀ ਜਾਂਦੀ ਹੈ। ਇਹ ਸਾਰੀਆਂ ਕਿਤੇ ਨਾ ਕਿਤੇ ਪ੍ਰਕਿਰਤੀ ਤੋਂ ਮਤਲਬ ਇਹ ਹੁੰਦਾ ਹੈ ਕਿ ਉਸ ਸਮੇਂ ਦਾ ਔਰਾ, ਉਸ ਸਮੇਂ ਦਾ ਆਲਾ ਦੁਆਲਾ, ਲੋਕਾਂ ਦਾ ਰਹਿਣ ਸਹਿਣ, ਜੀਵਨ ਸ਼ੈਲੀ, ਵਿਹਾਰ, ਉਹ ਪ੍ਰਕਿਰਤੀ ਦਾ ਮਤਲਬ ਇਕੱਲੇ ਕੁਦਰਤੀ ਨਜ਼ਾਰਿਆਂ ਤੋਂ ਨਹੀਂ ਹੈ ਬਲਕਿ ਸਮਾਜ ਦੇ ਸਮੁੱਚੇ ਨਿਜ਼ਾਮ ਦੇ ਵਿੱਚ ਉਸ ਸਮੇਂ ਦਾ ਔਰਾ ਕੀ ਸੀ, ਉਸ ਸਮੇਂ ਦਾ ਵਾਤਾਵਰਨ ਕਿਹੋ ਜਿਹਾ ਸੀ, ਲੋਕਾਂ ਦਾ ਵਿਹਾਰ ਕਿਹੋ ਜਿਹਾ ਸੀ, ਸੋਚ ਕਿਹੋ ਜਿਹੀ ਸੀ ਤੇ ਲੋਕ ਕੀ ਕਾਰਜ ਕਰਦੇ ਸੀ। ਜਿਵੇਂ ਵਾਰਿਸ ਆਪਣੇ ਕਿੱਸੇ ਦੇ ਵਿੱਚ ਪੰਜਾਬ ਦੇ ਸਵੇਰ ਦਾ ਚਿਤਰਨ ਕਰਦਾ, ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਦੀ। ਉਹ ਦੱਸਦਾ ਕਿ ਕਿਵੇਂ ਸਵੇਰੇ ਸਵੇਰੇ ਲੋਕ ਉੱਠਦੇ ਸੀ, ਚਿੜੀਆਂ ਕਿਵੇਂ ਚੂਕਦੀਆਂ ਸੀ, ਬਲਦਾਂ ਦੀਆਂ ਪੰਜਾਲੀਆਂ ਹਰਨਾਲੀਆਂ ਕਿਵੇਂ ਪੈਂਦੀਆਂ ਸੀ, ਜਿਹੜੀ ਝਾਟੀ ਚ ਮਧਾਣੀ ਕਿਵੇਂ ਗੂੰਜਦੀ ਸੀ। ਇਹ ਸਾਰੀਆਂ ਗੱਲਾਂ ਉਹ
ਉਸ ਸਮੇਂ ਦੀ ਪ੍ਰਕਿਰਤੀ ਦਾ ਹਿੱਸਾ ਬਣ ਜਾਂਦੀਆਂ ਤੇ ਜਿਹੜਾ ਕਿੱਸਾਕਾਰ ਹੈ ਇਹ ਛੋਟੀਆਂ ਛੋਟੀਆਂ ਬਰੀਕੀਆਂ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ। ਕਿੱਸੇ ਦੇ ਵਿੱਚ ਸਰ ਜਦੋਂ ਪ੍ਰੇਮ ਕਿੱਸੇ ਪੜ੍ਹਦੇ ਆ ਤਾਂ ਪ੍ਰੇਮ ਕਿੱਸਿਆਂ ਦੇ ਵਿੱਚ ਜਿਹੜੇ ਪ੍ਰੇਮੀ ਪ੍ਰੇਮਿਕਾ ਉਸ ਚਿੱਤਰੇ ਜਾਂਦੇ ਆ ਤੇ ਉਹਨਾਂ ਦੇ ਵਿੱਚ ਅਕਸਰ ਰੁਕਾਵਟ ਤਾਂ ਸਾਰੇ ਕਿੱਸਿਆਂ 'ਚ ਹੀ ਹੈ, ਕਿਸੇ ਦਾ ਅੰਤ ਦੁਖਾਂਤਕ ਆ, ਕਿਸੇ ਦਾ ਸੁਖਾਂਤਕ ਆ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ, ਜਿਹੜੇ ਪ੍ਰੀਤ ਕਿੱਸੇ ਹੈ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਉਹਦੇ ਵਿੱਚ ਆਮ ਤੌਰ ਤੇ ਜਦੋਂ ਅਸੀਂ ਵਿਸ਼ਵ ਪੱਧਰ ਦਾ ਜਿਹੜਾ ਕਿੱਸੇ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਦੱਸਿਆ ਜਾਂਦਾ ਕਿ ਕਿੱਸੇ ਦੀ ਕਥਾ ਨੂੰ ਅੱਗੇ ਤੋਰਨ ਵਾਸਤੇ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ। ਇੱਕ ਤਾਂ ਜਾਂ ਤਾਂ ਜਿਹੜਾ ਮੇਲ ਪਾਤਰ ਹੈ, ਜਿਹੜਾ ਨਾਇਕ ਹੈ, ਉਹ ਚੱਲ ਕੇ ਨਾਇਕਾ ਦੇ ਘਰ ਆਉਂਦਾ ਹੈ, ਜਾਂ ਨਾਇਕਾ ਵੱਲੋਂ ਹੱਥ ਵਧਾਇਆ ਜਾਂਦਾ ਨਾਇਕ ਵੱਲ। ਉਹਨਾਂ ਚੋਂ ਇੱਕ ਦੋਨਾਂ ਚੋਂ ਉੱਚ ਪਰਿਵਾਰ ਦਾ ਜਾਂ ਅਮੀਰ ਹੁੰਦਾ, ਦੂਸਰਾ ਗਰੀਬ ਹੁੰਦਾ। ਕਿਉਂਕਿ ਜਦੋਂ ਇਸ ਕਿਸਮ ਦਾ ਕੰਟਰਾਸਟ ਬਣਦਾ, ਇਸ ਕਿਸਮ ਦਾ ਦਵੰਦ ਸਿਰਜਿਆ ਜਾਂਦਾ ਤਾਂ ਉਸ ਦੇ ਵਿੱਚੋਂ ਕਥਾ ਕਹਾਣੀ ਉਹਦੀ ਸਿਰਜਣਾ ਹੁੰਦੀ ਹੈ ਤੇ ਉਹ ਅੱਗੇ ਚੱਲਦੀ ਹੈ। ਜੇਕਰ ਨਾਇਕ ਤੇ ਨਾਇਕਾ ਦੋਨੇ ਬਰਾਬਰ ਹੋਣ ਤਾਂ ਉਹਨਾਂ ਦੋਨਾਂ ਦੇ ਵਿੱਚ ਫਿਰ ਕੋਈ ਰੁਕਾਵਟ ਨਹੀਂ ਆਉਂਦੀ। ਇੱਥੇ ਇਸ਼ਕ ਹੁੰਦਾ, ਇਸ਼ਕ ਦੇ ਵਿੱਚ ਰੁਕਾਵਟ ਆਉਂਦੀ ਹੈ। ਰੁਕਾਵਟ ਆਉਣ ਦੇ ਨਾਲ ਸਮਾਜ ਹੈ ਜਿਹੜਾ ਉਹ ਸਾਰਾ ਵਿਰੋਧ ਦੇ ਵਿੱਚ ਖੜ ਜਾਂਦਾ ਪ੍ਰੀਤ ਦੇ। ਜਦੋਂ ਸਮਾਜ ਪ੍ਰੀਤ ਦੇ ਵਿਰੋਧ ਦੇ ਵਿੱਚ ਖੜ ਜਾਂਦਾ ਹੈ ਤਾਂ ਕੋਈ ਨਾ ਕੋਈ ਵਿਅਕਤੀ ਉਹਨਾਂ ਦਾ ਸਹਾਰਾ ਬਣ ਕੇ ਅੱਗੇ ਆਉਂਦਾ, ਚਾਹੇ ਉਹ ਜਿੱਦਾਂ ਹੀਰ ਦੇ ਕਿੱਸੇ ਦੇ ਵਿੱਚ ਬਾਲਨਾਥ ਯੋਗੀ ਆ ਜਾਂਦਾ, ਉਸ ਨੂੰ ਉਹ ਯੋਗੀ ਬਣਾ ਲੈਂਦਾ, ਉਸ ਤੋਂ ਬਾਅਦ ਉਹਨੂੰ ਉਹ ਬਖਸ਼ਿਸ਼ ਕਰ ਦਿੰਦਾ ਕਿ ਮੈਂ ਵੈਸੇ ਤਾਂ ਅਸੀਂ ਰੰਨਾਂ ਤੋਂ ਵਰਜਦੇ ਆ ਪਰ ਤੂੰ ਇਸ਼ਕ ਕੀਤਾ, ਤੇਰਾ ਪਾਕ ਇਸ਼ਕ ਹੈ, ਤੇਰਾ ਜਨਮਾਂ ਜਨਮਾਂਤਰਾਂ ਦਾ ਇਸ਼ਕ ਹੈ, ਮੈਂ ਤੈਨੂੰ ਹੀਰ ਬਖਸ਼ਦਾ। ਤੇ ਇਸ ਕਰਕੇ ਉਹ ਯੋਗੀ ਹੋਣ ਦੇ ਨਾਲ ਨਾਲ ਵੀ ਆਪਣਾ ਇਸ਼ਕ ਹੈ ਜਿਹੜਾ ਪ੍ਰਵਾਨ ਕਰਨ ਲਈ ਜਾਂ ਪ੍ਰਵਾਨ ਚੜਾਉਣ ਲਈ ਆਪਣਾ ਕਾਰਜ ਕਰਦਾ ਰਹਿੰਦਾ। ਇਸ ਲਈ ਜਿਹੜੀ ਇਹ ਦੋ ਵਿਅਕਤੀਆਂ ਦੀ ਪ੍ਰੀਤ ਹੈ, ਉਸ ਪ੍ਰੀਤ ਦੇ ਬਿਰਤਾਂਤ ਜਾਂ ਦਵੰਦ ਦੇ ਵਿੱਚੋਂ ਹੀ ਕਿੱਸਾ ਸਿਰਜਿਆ ਜਾਂਦਾ ਹੈ। ਇਸ ਕਰਕੇ ਤਾਂ ਬੁਨਿਆਦੀ ਅਸੀਂ ਕਹਿ ਦਿੰਦੇ ਹਾਂ ਕਿ ਪ੍ਰੀਤ ਕਿੱਸੇ ਦਾ ਆਧਾਰ ਹੈ ਕਿ ਉਹਦੇ ਵਿੱਚ ਦੋਨੇ ਜਿਹੜੇ ਧਿਰਾਂ ਉਹ ਇੱਕ ਦੂਜੇ ਨੂੰ ਪ੍ਰੀਤ ਕਰਦੀਆਂ ਤੇ ਉਸ ਪ੍ਰੀਤ ਦੀ ਰੁਕਾਵਟ ਆਉਂਦੀ ਹੈ ਤੇ ਉਹ ਰੁਕਾਵਟ ਦੇ ਵਿੱਚ ਜਿਹੜੀਆਂ ਸਮਾਜਿਕ ਤਾਕਤਾਂ ਰੋਕਦੀਆਂ, ਮਿਥਿਹਾਸਿਕ ਤਾਕਤਾਂ ਉਸ ਵਿਅਕਤੀ ਦੀ ਸਹਾਇਤਾ ਕਰਦੀਆਂ। ਫਿਰ ਉਹ ਸਾਰੇ ਦੇ ਵਿੱਚੋਂ ਅਖੀਰ ਦੇ ਵਿੱਚ ਜਿਹੜਾ ਕਿੱਸਾਕਾਰ ਹੈ ਉਹ ਦੇਖਦਾ ਹੈ ਕਿ ਮੈਂ ਦੋਵਾਂ ਦਾ ਮਿਲਾਪ ਕਰਾਉਣਾ ਹੈ ਜਾਂ ਦੋਵਾਂ ਦਾ ਦੁਖਾਂਤਕ ਅੰਤ ਕਰਾਉਣਾ ਹੈ, ਜਾਂ ਇਹ ਹੈ ਕਿ ਜੰਡ ਦੇ ਥੱਲੇ ਮਿਰਜ਼ਾ ਜਿਹੜਾ ਮਾਰਿਆ ਜਾਂਦਾ, ਸਹਿਬਾਂ ਬੈਠੀ ਕੀਰਨੇ ਪਾਉਂਦੀ ਹੈ, ਜਾਂ ਅਗਲੀ ਰਾਜਾ ਜਿਹੜਾ ਉਸ ਦੀ ਕਚਹਿਰੀ ਦੇ ਵਿੱਚ ਜਦੋਂ ਫੈਸਲਾ ਹੁੰਦਾ ਹੀਰ ਹੈ ਉਹ ਰਾਂਝੇ ਨੂੰ ਦੇਣੀ ਹੈ ਕਿ ਨਹੀਂ ਦੇਣੀ, ਜਾਂ ਜਿਹੜੀ ਸੋਹਣੀ ਹੈ ਕੱਚੇ ਘੜੇ ਤੇ ਤਰਦੀ ਰਸਤੇ ਦੇ ਵਿੱਚ ਡੁੱਬ ਜਾਂਦੀ ਹੈ। ਇਸ ਕਿਸਮ ਦੇ ਜਿਹੜੇ ਬਿਰਤਾਂਤ ਹੈ ਪ੍ਰੀਤ ਦੇ ਉਹ ਕਿਸੇ ਦੀ ਕਹਾਣੀ ਨੂੰ ਅੱਗੇ ਲਿਜਾਂਦੇ ਆ ਤੇ ਇਹਦਾ ਕੁਦਰਤੀ ਹੈ ਉਸ ਸਮੇਂ ਦੋ ਵਿਅਕਤੀਆਂ ਦਾ ਆਪਸੀ ਜਿਹੜੀ ਸਹਿ ਹੋਂਦ ਪ੍ਰੇਮ ਹੈ ਉਸ ਦੇ ਬਿਰਤਾਂਤ ਨੂੰ ਕਿਸੇ ਦਾ ਮੂਲ ਆਧਾਰ ਮੰਨਿਆ ਜਾਂਦਾ ਹੈ। ਜੀ ਸਰ, ਤੁਸੀਂ ਕਿੱਸੇ ਦੇ ਵਿੱਚ ਨਾਇਕ ਦੀ ਗੱਲ ਤਾਂ ਕੀਤੀ ਹੈ, ਹਾਂ, ਤੇ ਕਿੱਸੇ ਦੇ ਵਿੱਚ ਪ੍ਰਤੀ ਨਾਇਕ ਵੀ ਹੁੰਦਾ ਜੀ? ਹਾਂ ਬਿਲਕੁਲ, ਉਸ ਬਾਰੇ ਵੀ ਦੱਸ ਦਿਓ। ਹਾਂ, ਜਿਹੜਾ ਪ੍ਰਤੀ ਨਾਇਕ ਹੁੰਦਾ ਹੈ ਉਹ ਪ੍ਰਤੀ ਨਾਇਕ ਦਾ ਬੁਨਿਆਦੀ ਤੌਰ ਤੇ ਕਾਰਜ ਇਹ ਹੁੰਦਾ ਹੈ ਕਿ ਉਹ ਜਿਹੜਾ ਪ੍ਰੀਤ ਦਾ ਬਿਰਤਾਂਤ ਹੈ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਜੀ। ਜੇ ਇਸ ਨੂੰ ਆਪਾਂ ਥੋੜੇ ਜਿਹੇ ਹੋਰ ਵਿਸ਼ਾਲ ਅਰਥਾਂ ਦੇ ਵਿੱਚ ਲੈ ਜਾਈਏ ਤਾਂ ਕਿਤੇ ਨਾ ਕਿਤੇ ਉਹ ਖਲਨਾਇਕ ਵਾਲੀ ਭੂਮਿਕਾ ਵਿੱਚ ਵੀ ਆ ਜਾਂਦਾ। ਜਦੋਂ ਅਸੀਂ ਆਧੁਨਿਕ ਸਮੇਂ ਦੇ ਵਿੱਚ ਵੀ ਖਾਸ ਕਰਕੇ ਜਿਹੜੀਆਂ ਪ੍ਰੀਤ ਨਾਲ ਸੰਬੰਧਿਤ ਅੱਜ ਵੀ ਫਿਲਮਾਂ ਬਣਦੀਆਂ ਤਾਂ ਉਹਦੇ ਵਿੱਚ ਇੱਕ ਹੀਰੋ ਹੁੰਦਾ, ਇੱਕ ਹੀਰੋਇਨ ਹੁੰਦੀ ਹੈ, ਇੱਕ ਵਿਲਨ ਹੁੰਦਾ। ਇਸੇ ਤਰੀਕੇ ਨਾਲ ਜਿਹੜਾ ਉਹ ਵਿਲਨ ਦਾ ਬੁਨਿਆਦੀ ਕਾਰਜ ਹੀ ਇਹ ਹੁੰਦਾ ਹੈ ਕਿ ਉਹ ਸਧਾਰਨ ਤੌਰ ਤੇ ਤੁਰੀ ਆਉਂਦੀ ਪ੍ਰੀਤ ਨੂੰ ਰੋਕਣਾ ਚਾਹੁੰਦਾ। ਇਸੇ ਤਰੀਕੇ ਨਾਲ ਹੀਰ ਦੇ ਕਿੱਸੇ ਦੇ ਵਿੱਚ ਜਿਹੜਾ ਕੈਦੋਂ ਹੈ ਉਹ ਵਿਲਨ ਦਾ ਕੰਮ ਕਰਦਾ ਹੈ। ਹਰ ਕਿੱਸੇ ਦੇ ਵਿੱਚ ਖਲਲ ਪਾਉਣ ਵਾਲੀ ਇੱਕ ਧਿਰ ਹੁੰਦੀ ਹੈ ਜਿਹੜੀ ਉਸ ਨਾਇਕ ਦੁਆਰਾ ਕੀਤੇ ਜਾ ਰਹੇ ਕਾਰਜ ਨੂੰ ਮੂਲ ਧਾਰਾ ਤੋਂ ਪਾਸੇ ਕਰਨ ਦੀ ਕੋਸ਼ਿਸ਼ ਕਰਦੀ ਹੈ, ਰੋਕਣ ਦੀ ਕੋਸ਼ਿਸ਼ ਕਰਦੀ ਹੈ। ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਉਹ ਸੰਕਲਪ ਹੈ ਉਹ ਪ੍ਰਤੀ ਨਾਇਕ ਵਾਲਾ ਸੰਕਲਪ ਸਾਡੇ ਸਾਹਮਣੇ ਆਉਂਦਾ ਜੀ। ਤਾਂ ਇਸ ਤਰ੍ਹਾਂ ਸਰ ਜਿਹੜੇ ਇਸ ਦੇ ਵਿੱਚ ਆਪਾਂ ਜੇ ਮੰਨੀਏ ਤਾਂ ਮੰਗਲਾਚਰਨ ਤੋਂ ਲੈ ਕੇ ਇਹ ਜਿਹੜੀਆਂ ਤੁਸੀਂ ਸਾਰੀ ਜਿਹੜੀ ਗੱਲ ਕੀਤੀ ਹੈ ਨਾਇਕ ਪ੍ਰਤੀ ਨਾਇਕ ਇਹ ਜਾਂ ਇਸ ਦੇ ਵਿੱਚ ਰੁਕਾਵਟਾਂ, ਇਹ ਸਾਰੀਆਂ ਹੀ ਫਿਰ ਆਪਾਂ ਇਸ ਨੂੰ ਜਿਹੜਾ ਕਿੱਸਾ ਦੇ ਤੱਤਾਂ ਦੇ ਵਿੱਚ ਰੱਖ ਲਈਏ ਜਾਂ ਕਿੱਸਾ ਦੀਆਂ ਰੂੜੀਆਂ ਦੇ ਵਿੱਚ ਰੱਖ ਲਈਏ ਤਾਂ ਇਸ ਬਾਰੇ ਇੱਕ ਸਿਧਾਂਤਕ ਚੌਕਠਾ ਆਪਾਂ ਕਹਿ ਸਕਦੇ ਹਾਂ ਜਿਹੜਾ ਕਿੱਸੇ ਦਾ ਹੈ। ਡਾਕਟਰ ਗਿੰਦਰ ਸਿੰਘ, ਇਹ ਹੈ ਕਿ ਬੁਨਿਆਦੀ ਤੌਰ ਤੇ ਜਦੋਂ ਅਸੀਂ ਕਿਸੇ ਕਿੱਸੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ। ਇਹ ਕਿੱਸਿਆਂ ਦਾ ਅਸੀਂ ਇਹ ਕਹਿ ਦਈਏ ਕਿ ਪ੍ਰਮੁੱਖ ਤੱਤ ਕਿੱਸੇ ਦੇ ਇਹਦੇ ਵਿੱਚ ਆ ਗਏ। ਜਦੋਂ ਇਹਦੀ ਸਾਹਿਤਕਤਾ ਦੇਖਣੀ ਹੈ ਤਾਂ ਕੁਝ ਹੋਰ ਗੱਲਾਂ ਜਿਹੜੀਆਂ ਉਹ ਇਹਦੇ ਵਿੱਚ ਅਸੀਂ ਨਹੀਂ ਸ਼ਾਮਲ ਕੀਤੀਆਂ। ਉਹਦੇ ਵਿੱਚ ਇਹ ਹੈ ਕਿ ਕਿੱਸੇ ਦੀ ਭਾਸ਼ਾ ਕਿਹੋ ਜਿਹੀ ਹੁੰਦੀ ਹੈ, ਕਿੱਸੇ ਦਾ ਛੰਦ ਪ੍ਰਬੰਧ ਕਿਸ ਕਿਸਮ ਦਾ ਹੁੰਦਾ ਹੈ, ਕਿੱਸੇ ਦੀ ਸ਼ੈਲੀ
ਕਿਸ ਕਿਸਮ ਦੀ ਹੋਊਗੀ, ਹੂੰ। ਜਾਂ ਉਹਦੇ ਚ ਅਲੰਕਾਰ ਜਾਂ ਰਸ ਕਿਸ ਕਿਸਮ ਦੇ ਵਰਤੇ ਜਾਣਗੇ, ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੁੰਦਾ ਹੈ। ਜੀ ਜਿਸ ਤਰੀਕੇ ਨਾਲ ਜਿਸ ਖਿੱਤੇ ਦੀ, ਜਿਸ ਵਿਸ਼ੇਸ਼ ਪਰੰਪਰਾ ਦੇ ਵਿੱਚੋਂ ਅਸੀਂ ਕਿੱਸੇ ਨੂੰ ਲੈਂਦੇ ਹਾਂ, ਉਹਦੀ ਭਾਸ਼ਾ ਉਸ ਕਿਸਮ ਦੀ ਹੋਊਗੀ। ਜੇ ਲਹਿੰਦੇ ਪੰਜਾਬ ਦੇ ਕਿੱਸੇ ਆ ਤਾਂ ਉਸ ਚ ਲਹਿੰਦੀ ਭਾਸ਼ਾ ਹੋਊਗੀ। ਜੇ ਮਾਲਵੇ ਨਾਲ ਸੰਬੰਧਿਤ ਅਸੀਂ ਜਿਉਣੇ ਮੌੜ ਦੇ ਕਿੱਸੇ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਉਸ ਕਿਸਮ ਦੀ ਭਾਸ਼ਾ ਹੋਊਗੀ। ਇਸੇ ਤਰੀਕੇ ਨਾਲ ਬਾਕੀ ਸਾਰੇ ਜਿਹੜੇ ਪੱਖ ਹੈ, ਇਹਦੇ ਸਾਹਿਤਕ ਤੱਤਾਂ ਵਾਲੇ ਪੱਖ ਹੈ, ਉਹ ਅਲੱਗ ਤੋਂ ਆ ਜਾਂਦੇ ਹੈ। ਜਿਨ੍ਹਾਂ ਤੱਤਾਂ ਦੀ ਅਸੀਂ ਗੱਲ ਕੀਤੀ ਹੈ, ਇਹ ਇਸ ਦੀ ਵਰਤਾਂਤਕ ਰੂੜੀ ਦੇ ਨਾਲ ਰਿਲੇਟਡ ਤੱਤ ਹੈ। ਜਿਹੜਾ ਕਿਸੇ ਦਾ ਵਿਖਿਆਨ ਜਦੋਂ ਅਸੀਂ ਕਰਦੇ ਹਾਂ ਤਾਂ ਉਸ ਦੀ ਕਹਾਣੀ ਹੈ ਜਿਹੜੀ, ਜੇ ਅਸੀਂ ਕਹਾਣੀ ਨੂੰ ਸਮਝਣਾ ਹੈ, ਉਹਦੇ ਵਿੱਚ ਪਹਿਲਾਂ ਪਰਮਾਤਮਾ ਦੀ ਉਸਤਤ ਕਰਕੇ ਕਿੱਸਾਕਾਰ ਆਪਣੀ ਗੱਲ ਨੂੰ ਸ਼ੁਰੂ ਕਰਦਾ ਹੈ। ਫਿਰ ਉਹ ਕਥਾ, ਕਹਾਣੀ ਜਾਂ ਬਰਤਾਂਤ ਦੀ ਚੋਣ ਕਰਦਾ ਹੈ। ਫਿਰ ਜਿਹੜਾ ਚੁਣਿਆ ਹੋਇਆ ਬਰਤਾਂਤ ਹੈ ਉਸ ਦੇ ਵਿੱਚ ਉਹ ਦੇਖਦਾ ਹੈ ਕਿ ਉਹ ਬਰਤਾਂਤ ਨੇ ਨਾਇਕ ਅਤੇ ਨਾਇਕਾ ਦੇ ਰਾਹੀਂ ਅੱਗੇ ਕਿਵੇਂ ਜਾਣਾ। ਆਪਣੇ ਬਰਤਾਂਤ ਨੂੰ ਅੱਗੇ ਲਿਜਾਣ ਵਾਸਤੇ ਸਮਾਜ ਦੇ ਵਿੱਚੋਂ ਕਿਸ ਕਿਸਮ ਦੀਆਂ ਰੁਕਾਵਟਾਂ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ, ਕਿਹੜੀਆਂ ਗੈਰ ਪ੍ਰਾਕਿਰਤਿਕ ਅਤੇ ਮਿਥਿਹਾਸਿਕ ਸ਼ਕਤੀਆਂ ਉਹਦੀ ਸਹਾਇਤਾ ਕਰਦੀਆਂ, ਇਹ ਅੱਗੇ ਆ ਜਾਂਦੀਆਂ। ਫਿਰ ਉਹ ਆਪਣੀ ਨਾਇਕਾ ਨਾਲ ਮਿਲਣ ਦਾ ਸਬੱਬ ਕਿਵੇਂ ਬਣਾਉਂਦਾ, ਉਹਨੂੰ ਜਾਣਿਆ ਕਿਵੇਂ ਹੈ, ਉਹ ਵੀ ਇੱਕ ਸੁਪਨੇ ਦੇ ਤੌਰ ਤੇ ਉਹ ਆਪਣੀ ਰੂੜੀ ਨੂੰ ਵਰਤਦਾ ਹੈ। ਇਸੇ ਤਰੀਕੇ ਨਾਲ ਜਿਹੜਾ ਵਾਤਾਵਰਨ ਜਾਂ ਪ੍ਰਕਿਰਤੀ ਦਾ ਚਿਤਰਨ ਕਰਦਾ ਹੈ, ਅਖੀਰ ਤੱਕ ਉਹ ਆਪਣੇ ਕਿੱਸੇ ਦੇ ਬਰਤਾਂਤ ਨੂੰ ਅੱਗੇ ਲੈ ਕੇ ਜਾਂਦਾ ਹੈ। ਇਸ ਲਈ ਕਿਸੇ ਵੀ ਕਿੱਸੇ ਦਾ ਜਦੋਂ ਅਸੀਂ ਅਧਿਐਨ ਕਰਨਾ ਹੈ ਤਾਂ ਇਹ ਸਾਰੇ ਪ੍ਰਮੁੱਖ ਪੱਖ ਹੈ ਜਿਹੜੇ ਇਹਨਾਂ ਨੂੰ ਧਿਆਨ ਵਿੱਚ ਰੱਖਣਾ ਬੇहद ਜ਼ਰੂਰੀ ਹੁੰਦਾ ਜੀ। ਸਰ, ਤੁਸੀਂ ਕਿੱਸਾ ਦੇ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਜੀ, ਤੁਹਾਡਾ ਬਹੁਤ ਧੰਨਵਾਦ ਸਰ। ਹਾਂ, ਧੰਨਵਾਦ ਡਾਕਟਰ ਰਜਿੰਦਰ ਸਿੰਘ। ਦਰਸ਼ਕੋ, ਤੁਹਾਡਾ ਵੀ ਧੰਨਵਾਦ।